ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 872 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਗੋਂਡ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਲੈ ਰਹੇ ਸੀਗੇ। ਉਹ ਕਬੀਰ ਸਾਹਿਬ ਦਾ ਸ਼ਬਦ 872 ਅੰਗ 872। गोंड जैसे मंदिर में बलहर ना ठहरा, नाम बिना कैसे पार उतरा। ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਜਿਹੜੇ ਆਪਾਂ ਨੂੰ ਕਬੀਰ ਜੀ ਉਦਾਹਰਣ ਦੇ ਕੇ ਸਮਝਾ ਰਹੇ ਆ। ਭਾਈ ਦੇਖ, ਮੰਦਰ ਜਿਹੜਾ ਹੁੰਦਾ ਆ, ਘਰ ਜਿਹੜਾ ਹੁੰਦਾ ਆ, ਉਹ ਜਿਹੜਾ ਬਾਲੇ ਤੋਂ ਬਗੈਰ ਜਿਹੜਾ ਹੈਗਾ ਉੱਪਰ ਜਿਹੜੀ ਹੈ ਉਹਦੀ ਉਹ ਨਹੀਂ ਠਹਿਰਦਾ। ਘਰ ਜਿਹੜਾ ਉਹਦੀ ਛੱਤ ਨਹੀਂ ਠਹਿਰਦੀ, ਉਹਨੂੰ ਬਾਲਾ ਦੇਣਾ ਪੈਂਦਾ। ਉਹਨੂੰ ਜਿਹੜਾ ਹੈਗਾ ਬਲਹਰ ਜਿਹੜਾ ਹੈਗਾ ਉਹਦਾ ਜਿਹੜਾ ਛੱਤ ਦਾ ਵਜਨ ਚੱਕਣ ਵਾਲਾ ਉਹ ਦੇਣਾ ਪੈਂਦਾ ਉਹਨੂੰ। ਉਸੇ ਤਰੀਕੇ ਦੇ ਨਾਲ ਨਾਮ ਤੋਂ ਬਗੈਰ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਉਤਰ ਸਕਦਾ ਕੋਈ ਵੀ। ਨਾਮ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟਿਕਾਵੈ, ਸਾਧੂ ਬਿਨ ਐਸੇ ਅਵਗਤ ਜਾਵੈ। ਇਹ ਬਾਰ-ਬਾਰ ਆਏਗਾ। ਗੁਰੂ ਤੋਂ ਬਗੈਰ, ਸਾਧੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ ਜਿਹੜਾ ਹੈਗਾ ਸਹੀ ਰਸਤੇ ਦਾ ਪਤਾ ਹੀ ਨਹੀਂ ਲੱਗਦਾ। ਅਵਗਤ ਕਹਿੰਦੇ ਆ ਬਈ ਗਲਤ ਪਾਸੇ ਖੁਆਰ ਹੋ ਕੇ ਇਨਸਾਨ ਜਿਹੜਾ ਹੈਗਾ ਮਨੁੱਖੀ ਜੂਨ ਆਪਣੀ ਵਿਅਰਥ ਗਵਾ ਕੇ ਚਲੇ ਜਾਂਦਾ ਹੈ। ਜਿਸ ਤਰ੍ਹਾਂ ਕੁੰਭ ਬਿਨਾ, ਕੁੰਭ ਕਹਿੰਦੇ ਆ ਘੜੇ ਤੋਂ ਬਗੈਰ ਜਲ ਨਾ ਟਿਕਾਵੇ, ਪਾਣੀ ਨਹੀਂ ਟਿਕਦਾ। ਭਾਈ ਪਾਣੀ ਨੂੰ ਰੋਕਣਾ ਹੈ ਤੇ ਕਿਸੇ ਨਾ ਕਿਸੇ ਭਾਂਡੇ ਦੇ ਵਿੱਚ ਪਾਉਣਾ ਪਊਗਾ। ਉਸੇ ਤਰੀਕੇ ਦੇ ਨਾਲ ਜੇ ਇਨਸਾਨ ਜਿਹੜਾ ਹੈਗਾ ਚਾਹੁੰਦਾ ਆ ਆਪਣੇ ਮਨ ਨੂੰ ਬਸ ਕਰਨਾ ਤੇ ਭਾਈ ਗੁਰੂ ਲੈਣਾ ਪਊਗਾ, ਗਿਆਨ ਲੈਣਾ ਪਊਗਾ। ਟੈਕਨੀਕ ਗੁਰੂ ਤੋਂ ਜਿਹੜਾ ਹੈਗਾ ਉਹ ਜੁਗਤ ਜਿਹੜੀ ਹੈਗੀ ਆ ਗੁਰੂ ਤੋਂ, ਜਿਹੜੀ ਹੈਗੀ ਆ ਵਿਧੀ ਜਿਹੜੀ ਹੈਗੀ ਗੁਰੂ ਤੋਂ, ਜਿਹੜਾ ਹੈਗਾ ਜਾਂਚ ਜਿਹੜੀ ਹੈਗੀ ਸਹੀ ਸਿੱਖਣੀ ਪਊਗੀ। ਜਾਰੋ ਤਿਸੈ ਜੋ ਰਾਮ ਨਾ ਚੇਤੈ, ਤਨ ਮਨ ਰਮਤ ਰਹਿ ਮਹਿ ਖੇਤੈ ਰਹਾਓ। ਕਹਿੰਦੇ ਤਨ ਔਰ ਮਨ ਦੋਨੋਂ ਦੇ ਦੋਨੋਂ ਜਿਹੜੇ ਹੈਗੇ, ਮੇਨ ਜਿਹੜਾ ਮਨ ਹੈਗਾ ਆਪਣਾ, ਤਨ ਤੋਂ ਉਹਦੇ ਪਿੱਛੇ ਲੱਗਦਾ ਹੈ। ਕਹਿੰਦੇ ਬਸ ਇਹ ਖੇਤ ਜਿਹੜਾ ਹੈਗਾ ਇਹਦੇ ਵਿੱਚ ਜੋ ਕੁਛ ਵੀ ਮਾਲਕ ਨੇ ਜਿਹੜਾ ਹੈਗਾ ਮਾਇਆ ਪਾਈ ਹੋਈ ਆ, ਜੋ ਸਵਾਦ ਰਸ ਕਸ ਜੋ ਵੀ ਭੋਗ ਜੋ ਪਾਏ ਆ, ਇਸ ਨੇ ਉਹਦੇ ਵਿੱਚ ਹੀ ਰਮਣਾ ਹੈਗਾ। ਇਹ ਖੇਤ ਦੇ ਵਿੱਚ ਹੀ ਰਮਣਾ ਹੈਗਾ। ਇਹਦੇ ਤਨ ਮਨ ਰਮਤ ਰਹਿ ਮੈਂ ਖੇਤ ਹੈ। ਤਨ ਤੇ ਮਨ ਦੋਨੋਂ ਜਿਹੜੇ ਹੈਗੇ, ਮਨ ਦੇ ਨਾਲ ਹੀ ਤਨ ਚੱਲ ਪੈਂਦਾ ਹੈ। ਭਾਈ ਕਹਿੰਦੇ ਜਾਰੋ ਤਿਸੇ ਜੋ ਰਾਮ ਨਾ ਚੇਤਾ ਹੈ। ਕਹਿੰਦੇ ਸਾੜ ਦੋ ਭਾਈ, ਉਹ ਸਾੜ ਦੋ ਉਸ ਨੂੰ ਜਿਹੜਾ ਰਾਮ ਨਹੀਂ ਚੇਤਦਾ। ਉਸ ਦਾ ਕੀ ਫਾਇਦਾ? ਵੈਸੇ ਹੀ ਸੜ ਗਿਆ ਉਹ ਤਾਂ। ਉਹ ਸਰੀਰ ਜਿਹੜਾ ਹੈਗਾ ਕੋਈ ਲਾਭ ਹੀ ਨਹੀਂ ਹੈ ਉਸ ਚੀਜ਼ ਦਾ ਜਿਹੜਾ ਰਾਮ ਨਹੀਂ ਚੇਤਦਾ। ਜਾਰੋ ਤਿਸੈ ਜੋ ਰਾਮ ਨਾ ਚੇਤਾ, ਤਨ ਮਨ ਰਮਤ ਰਹਿ ਮੈਂ ਖੇਤੈ। ਤਨ ਮਨ ਦੋਨੋਂ ਜਿਹੜੇ ਹੈਗੇ ਕਹਿੰਦੇ ਪਦਾਰਥਾਂ ਦੇ ਵਿੱਚ, ਮੈਟਰ ਦੇ ਵਿੱਚ, ਮਾਇਆ ਦੇ ਵਿੱਚ, ਖੇਤ ਦੇ ਵਿੱਚ ਜਿਹੜੇ ਹੈਗੇ ਇਹਦੇ 'ਚ ਹੀ ਰਮ ਰਹੇ ਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵੱਲ ਉਹਦੀ ਭਗਤੀ ਕਰ ਹੀ ਨਹੀਂ ਰਹੇ। ਹਾਂਜੀ ਗੋਰਖੀ ਸਾਹਿਬ, ਜੈਸੇ ਮੰਦਰ ਮੈਂ ਬਲਹਰ ਨਾ ਠਹਰੈ। ਜਿਸ ਤਰ੍ਹਾਂ ਬਾਲੇ ਤੋਂ ਬਗੈਰ ਜਿਹੜਾ ਹੈਗਾ ਛੱਤ, ਜਿਹੜੀ ਮੰਦਰ ਘਰ ਦੀ ਜਿਹੜੀ ਛੱਤ ਨਹੀਂ ਟਿਕਦੀ, ਉਸੇ ਤਰੀਕੇ ਦੇ ਨਾਲ ਨਾਮ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ। ਨਾਮ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟਿਕਾਵੇ। ਜਿਸ ਤਰ੍ਹਾਂ ਬਰਤਨ ਘੜੇ ਤੋਂ ਬਗੈਰ ਪਾਣੀ ਨਹੀਂ ਟਿਕਦਾ, ਇਸੇ ਤਰੀਕੇ ਦੇ ਨਾਲ ਸਾਧੂ ਬਿਨ ਐਸੇ ਅਵਗਤ ਜਾਵੇ। ਸਾਧੂ ਤੋਂ ਬਗੈਰ, ਗੁਰੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਕਹਿੰਦੇ ਇਨਸਾਨ ਜਿਹੜਾ ਹੈਗਾ ਵਿਅਰਥ ਹੀ ਜਿਹੜਾ ਹੈਗਾ, ਅਵਗਤ ਜਿਹੜਾ ਹੈਗਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕਰਨਾ ਕੀ ਆ, ਕਿਹੜੇ ਰਸਤੇ 'ਤੇ ਜਾਣਾ ਹੈ, ਔਰ ਆਪਣਾ ਜੀਵਨ ਜਿਹੜਾ ਅਜਾਂ ਹੀ ਗੁਜ਼ਾਰ ਦਿੰਦਾ ਹੈ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇਹ ਅੱਜ ਦੀ ਆਪਾਂ ਵਿਚਾਰ ਕਰਾਂਗੇ। ਪਹਿਲਾਂ 1 ਮਿੰਟ ਕੱਲ ਦੀ ਵਿਚਾਰ ਤੇ ਲਾਉਣਾ। ਕੱਲ ਜਿਹੜੀ ਵਿਚਾਰ ਚੱਲੀ ਸੀ, ਆਪ ਸਾਰੇ ਜਾਣਦੇ ਜੋ ਕਿ ਸਾਡੇ ਕੋਲ ਕੇਵਲ ਸਵਾਦ ਹੀ ਬਾਕੀ ਹੈ ਖਾਧੀਆਂ ਚੀਜ਼ਾਂ ਦਾ, ਰਿਸ਼ਤੇਦਾਰਾਂ ਦਾ, ਅਨੁਭਵ ਦਾ,
ਜਾਂ ਜ਼ਿੰਦਗੀ 'ਚ ਅਸੀਂ ਜੋ ਵੀ ਕੀਤਾ, ਕਈ ਚੀਜ਼ਾਂ ਚੰਗੀਆਂ ਹੋਈਆਂ, ਕਈ ਚੰਗੀਆਂ ਸੋਚ ਕੇ ਕੀਤੀਆਂ ਪਰ ਨਹੀਂ ਹੋਈਆਂ, ਜਿੱਦਾਂ ਸੋਚਿਆ ਨਹੀਂ ਹੋਇਆ, ਉਹਦਾ ਵੀ ਸਵਾਦ ਸਾਡੇ ਕੋਲ ਹੈਗਾ। ਕਈਆਂ ਨੂੰ ਪਿਆਰ ਕੀਤਾ ਪਰ ਉਹਨਾਂ ਰਿਸਪੌਂਸ ਹੀ ਨਹੀਂ ਆਇਆ, ਉਹ ਵੀ ਸਵਾਦ ਹੈਗਾ। ਤੇ ਫਿਰ ਮਨ ਕੀ ਕਰਦਾ ਹੈ? ਮਨ ਉਸ ਸਵਾਦ ਦੇ ਵਿੱਚੋਂ ਇੱਕ ਚੀਜ਼ ਕੱਢ ਲਿਆਉਂਦਾ। ਜਿੱਥੇ ਰਾਗ ਹੋਵੇ ਜਾਂ ਦਵੈਸ਼ ਹੋਵੇ, ਕਹਿਣ ਤੋਂ ਭਾਵ ਰਾਗ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਜਦੋਂ ਆਪਾਂ ਕਿਸੇ ਨਾਲ ਲੋੜ ਤੋਂ ਜ਼ਿਆਦਾ ਪਿਆਰ ਕਰਦੇ ਹਾਂ, ਉਹ ਰਾਗ 'ਚ ਚੱਲ ਜਾਂਦਾ। ਉਹ ਫਿਰ ਉਹਦੀ ਬੰਦੇ ਦੀ ਬੁਰਾਈ ਸਾਨੂੰ ਨਹੀਂ ਨਜ਼ਰ ਆਉਂਦੀ। ਅਸੀਂ ਇੱਕ ਐਸੀ ਦ੍ਰਿਸ਼ਟੀ ਦੇ ਨਾਲ ਉਹਨੂੰ ਦੇਖਦੇ ਹਾਂ, ਉਹ ਸਾਨੂੰ ਬਹੁਤ ਵਧੀਆ ਲੱਗਦਾ, ਜਿਵੇਂ ਆਪਾਂ ਆਪਣੇ ਆਪ ਨੂੰ ਦੇਖਦੇ ਹਾਂ। ਹਾਂ, ਉਹ ਜਿੱਦਾਂ ਮਤਲਬ ਇੱਕ ਪਾਗਲਪਨ ਦਾ ਭੂਤ ਚੜ ਜਾਂਦਾ ਨਾ, ਇਸ਼ਕ ਹੋ ਜਾਣਾ ਕਿਸੇ ਨੂੰ। ਇਸ਼ਕ ਦਾ ਮਤਲਬ ਉਹਦੀਆਂ ਅੱਖਾਂ ਤੇ ਇੱਕ ਐਨਕ ਲੱਗ ਜਾਂਦੀ ਹੈ ਹਰੇ ਰੰਗ ਦੀ, ਉਹਨੂੰ ਜਿਹੜਾ ਸੁੱਕਾ ਘਾਹ ਵੀ ਹਰਿਆ ਦਿਖਦਾ। ਉਹਦੀ ਵੇਖਣ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ ਪੈਰ ਨਹੀਂ ਲੱਗਦੇ ਤਾਂ ਉਹ ਬੰਦਾ ਇੱਕ ਵੱਖਰਾ ਬੰਦਾ ਹੁੰਦਾ, ਕਿਉਂਕਿ ਉਹ ਇੱਕ ਭਾਵਨਾ ਦੇ ਵੇਗ 'ਚ ਆ ਗਿਆ। ਹੁਣ ਉਹਨੂੰ ਨੀ ਪਤਾ ਲੱਗਣਾ। ਤੁਸੀਂ ਉਹਨੂੰ ਸਮਝਾਓਗੇ ਇਹ ਵੀ ਖੱਡਾ ਹੈਗਾ, ਉਹਨੇ ਕਹਿਣਾ ਕਿਹੜਾ ਖੱਡਾ, ਮੈਨੂੰ ਨਹੀਂ ਦਿਖਦਾ, ਤੂੰ ਮੈਨੂੰ ਦੱਸ ਦੇ, ਮੈਨੂੰ ਪਤਾ। ਪਰ ਨਹੀਂ, ਜਦੋਂ ਡਿੱਗ ਜੂਗਾ ਫਿਰ ਉਹਨੂੰ ਦੱਸੋ ਵੀ ਤੂੰ ਖੱਡੇ 'ਚ ਡਿੱਗਿਆ ਸੀ, ਤੈਨੂੰ ਦਿਖਿਆ ਨਹੀਂ। ਉਹਨੂੰ ਨਹੀਂ ਪਤਾ ਲੱਗਣਾ, ਨਾ ਹੀ ਉਹਦੇ ਬਾਅਦ ਦੀ ਗੱਲ। ਅੱਛਾ, ਇਹਦੇ ਵਿੱਚ ਆਪਾਂ ਪਤਾ ਕੀ ਕਹਿਣਾ, ਆਪਾਂ ਜ਼ਿੰਦਗੀ ਦੇ ਸਵਾਦ ਦੀ ਗੱਲ ਕਰਨੀ ਆ। ਬੜਾ ਟੌਪਿਕ ਸੀਰੀਅਸ ਹੈ। ਜੇਕਰ ਤੁਸੀਂ ਇਹ ਫਾਰਮੂਲੇ ਨੂੰ ਫੜ ਲੈਂਦੇ ਜੋ ਨਾ, ਤੁਹਾਡਾ ਜੀਵਨ ਜਿਹੜਾ ਨਾ ਕਾਫੀ ਹੱਦ ਤੱਕ ਸ਼ਾਂਤ ਹੋ ਜਾਏ। ਮਨ ਦਾ ਸੁਭਾਅ ਕੀ ਆ? ਮਨ ਜਿਹੜਾ ਨਾ ਨਿੱਜਾ ਸਾਹਿਬ, ਉਹ ਮੱਝ ਖਾ ਕੇ ਕੀ ਕਰਦੀ ਹੈ ਬਾਅਦ 'ਚ? ਜੁਗਾਲੀ ਕਰਦੀ ਆ। ਜੁਗਾਲੀ। ਆਪਾਂ ਜੁਗਾਲੀ ਕਰਦੇ ਹਾਂ ਸਵਾਦ ਦੀ, ਠੀਕ ਹੈ? ਆਪਾਂ ਕਰਦੇ ਹਾਂ ਨਾ, ਤੁਸੀਂ ਸਾਰੇ ਕਰਦੇ ਜੋ, ਮੈਨੂੰ ਪਤਾ ਹੈ ਤੁਸੀਂ ਕਰਦੇ। ਉਹਦੀ ਜੁਗਾਲੀ ਕਰਨੀ ਹੈ ਨਾ, ਜੁਗਾਲੀ ਦੇ ਵਿੱਚ ਇਹ ਸਵਾਦ ਲੈ ਕੇ ਆਉਂਦਾ ਚੁੱਕ ਕੇ, ਬੀਤਿਆ ਸਵਾਦ, ਬੀਤੇ ਸਮੇਂ ਦਾ ਸਵਾਦ ਚੁੱਕ ਲਿਆਉਂਦਾ, ਪੁਰਾਣੀ ਫਾਈਲ ਚੁੱਕ ਕੇ ਲੈ ਆਉਂਦਾ। ਜਿੱਦਾਂ ਇਹ ਕੀ ਕਰਦਾ ਹੈ, ਲੱਸੀ ਦੇ ਵਿੱਚ ਮਧਾਣੀ ਪਾਉਂਦਾ, ਫਿਰ ਉਹਨੂੰ ਘੁਮਾਈ ਜਾਂਦਾ ਹੈ ਮਧਾਣੀ ਨੂੰ ਵਿੱਚ। ਜੇਕਰ ਤੁਸੀਂ ਜੁਗਾਲੀ ਭਵਿੱਖ ਕਾਲ ਦੀ ਲੈਣ ਦੀ, ਤੇ ਤੁਹਾਨੂੰ ਇੱਕ ਬਿਮਾਰੀ ਲੱਗ ਜਾਣੀ ਹੈ, ਉਹਨੂੰ ਐਂਗਜ਼ਾਇਟੀ ਕਹਿੰਦੇ ਆ ਆਪਾਂ, ਠੀਕ ਹੈ? ਚਿੰਤਾ ਪਾਣੀ 'ਚ ਕਹਿੰਦੇ ਨਾ, ਵੱਡੇ ਵੱਡੇ ਜੋ ਈਸਨ ਲੋਕ ਤਿनको व्यापी चिंता रोग, ठीक है? चिंता काहे कीजिए जो होनी अनहोई होनी, इन्हें जैसा तुक याद है, ये मार्ग संसार का नानक फिर नहीं कोई, चिंता ताकि कीजिए जो अनहोनी होए, यह मार्ग नानक, यह मार्ग संसार को नानक थिर नहीं कोय, ये मार्ग संसार को नानक थिर नहीं कोय। हाँ जी वीर। ਹਾਂਜੀ, ਇੱਥੇ ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ, ਚਿੰਤਾ ਕਰਨ ਦੇ ਨਾਲ ਕੁਝ ਨਹੀਂ ਹੋਣਾ। ਆਪਾਂ ਇੱਕ ਕੰਮ ਕਰ ਸਕਦੇ ਹਾਂ, ਜੋ ਸਾਡੇ ਕੋਲ ਮੌਜੂਦਾ ਲਮਹਾ ਹੈਗਾ, ਵਰਤਮਾਨ ਕਾਲ ਰੂਪੀ ਧਾਰਾ ਹੈ, ਇਹਦੇ ਵਿੱਚ ਕੁਝ ਕੀਤਾ ਜਾ ਸਕਦਾ, ਠੀਕ ਹੈ? ਚਿੰਤਾ ਨਾਲ ਕੀ ਹੋਊਗਾ ਦੱਸੋ ਮੈਨੂੰ? ਕੀ ਕਰੋਗੇ ਚਿੰਤਾ ਕਰਕੇ? ਹੁਣ ਮਗਰਲੀ ਲੱਸੀ ਕੱਢ ਲਿਆਓ 10-20 ਸਾਲ ਪੁਰਾਣੀ, ਉੱਚ ਮਧਾਣੀ ਪਾ ਕੇ ਬੈਠੇ ਰਹੋ, ਉੱਥੋਂ ਕੁਝ ਨਿਕਲਣਾ? ਗੋਰਖੀ ਸਾਹਿਬ ਦੇਖ ਲਓ, ਮਗਰਲੀ ਤਾਂ ਜਿਹੜੀ ਹੁਣ ਸੱਪ ਚਲਾ ਗਿਆ, ਆਪਾਂ ਜਿਹੜੀ ਹੈਗੀ ਉਹਦੀ ਜਿਹੜੀ ਹੈਗੀ ਆ ਡੁੱਡ ਨੂੰ ਜਿਹੜਾ ਮਾਰੀ ਜਾ ਰਹੇ, ਮਾਰੀ ਸੱਪ ਤਾਂ ਪਤਾ ਨਹੀਂ ਕਿੱਥੇ ਦਾ ਕਿੱਥੇ ਚਲਾ ਗਿਆ, ਤੇ ਉਹਦੇ ਨਾਲ ਆਪਾਂ ਨੂੰ ਕੁਝ ਨਹੀਂ ਮਿਲਣ ਵਾਲਾ, ਉੱਥੋਂ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਔਰ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀ, ਕੁਰਬਾਨੀ ਦੇਣੀ ਪੈਂਦੀ ਹੈ, ਫ੍ਰੀ 'ਚ ਕੁਝ ਨਹੀਂ ਮਿਲੇਗਾ। ਕਿਉਂਕਿ ਦੇਖੋ ਪਤਾ ਕੀ ਹੈ, ਇਹ ਸੰਸਾਰ ਹੈਗਾ, ਇੱਕ ਪੰਜਾਬੀ ਕਹਾਵਤ ਹੈਗੀ ਆ, ਇੰਦੀ ਭਰ ਮੇਰੀ ਗੱਲ ਮੈਂ ਕਰਾਂ ਤੇਰੀ ਗੱਲ। ਤੂੰ ਮੇਰੇ ਮੂੰਹ 'ਚ ਪਾ ਦੇ ਤੇ ਮੈਂ ਤਾਂ ਵੀ ਤੇਰੀ ਗੱਲ ਕਰਾਂਗਾ। ਹੁਣ ਤੁਸੀਂ ਗੱਡੀ ਦੇ ਵਿੱਚ ਤੇਲ ਨਹੀਂ ਪਾਇਆ, ਮਾਰੋ ਸਲਫਾਂ, ਉਹ ਸਟਾਰਟ ਹੁੰਦੀ ਆ ਨਾ? ਇਹ ਸੰਸਾਰ ਹੈ, ਇਹ ਸੰਸਾਰ ਆ। ਇਹ ਰਿਸ਼ਤੇਦਾਰੀਆਂ, ਚਾਹੇ ਮਾਂ ਪਿਓ ਨੂੰ ਧੀਆਂ ਪੁੱਤਾਂ ਦੀ ਲੋੜ ਆ ਜਾਂ ਧੀਆਂ ਪੁੱਤਾਂ ਨੂੰ ਮਾਂ ਪਿਓ ਦੀ ਲੋੜ ਆ। ਲੋੜ ਕਾਹਦੀ ਆ? ਗਰਜ ਦੀ। ਹੋਰ ਕੋਈ ਲੋੜ ਨਹੀਂ ਹੈ। ਐਵੇਂ ਲੋਕਾਂ ਨੇ ਵਹਿਮ ਪਾਇਆ, ਮੇਰੇ ਬੱਚੇ ਮੇਰੇ ਬੱਚੇ, ਬੱਚੇ ਬੱਚੇ ਕੋਈ ਕਿਸੇ ਦਾ ਨਹੀਂ ਹੈ। ਇਹਨਾਂ ਦੀਆਂ ਗਰਜਾਂ ਪੂਰੀ ਕਰੀ ਜਾਓ, ਤੁਸੀਂ ਇਹਨਾਂ ਦੇ ਜਾਓ। ਤੁਸੀਂ ਮਾੜਾ ਜਿਹਾ ਸਟੈਪ ਬੈਕ ਕੀਤਾ ਤਾਂ ਤੁਸੀਂ ਵੇਖ ਲਓ ਇਹਨਾਂ ਦਾ ਰੰਗ ਸਾਹਮਣੇ ਪ੍ਰਗਟ ਹੋ ਜਾਣਾ, ਇੱਕਦਮ ਲਾਲ ਸੁਰਖ। ਇੱਥੇ ਚੀਜ਼ ਨੂੰ ਵਿਚਾਰ ਕਰਨਾ ਹੈ, ਹੁੰਦਾ ਕੀ ਆ, ਮਿਲਦਾ ਕੁਛ ਨਹੀਂ। ਹੁਣ ਇੱਕ ਕੁੱਤਾ ਵੇਖਿਆ,
ਉਹ ਹੱਡੀ ਖਾਂਦਾ, ਹੱਡੀ ਦੇ ਵਿੱਚ ਉਹਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਕੇਵਲ ਨਿੱਜਰ ਸਾਹਿਬ ਨੇ ਦੱਸਿਆ ਕਿ ਉਹਦੇ ਮੂੰਹ ਦੇ ਵਿੱਚ ਜਦੋਂ ਹੱਡੀ ਵੱਜਦੀ ਆ ਤੇ ਲਹੂ ਨਿਕਲਦਾ ਹੈ, ਉਹਨੂੰ ਚੰਗਾ ਲੱਗਦਾ। ਇਸੇ ਤਰ੍ਹਾਂ ਜਦੋਂ ਅਸੀਂ ਜੁਗਾੜੀ ਕਰਦੇ ਹਾਂ, ਪ੍ਰਾਪਤ ਕੁਝ ਨਹੀਂ ਹੁੰਦਾ ਨਿੱਜਰ ਸਾਹਿਬ। ਬਿਲਕੁਲ। ਉਹ ਸਾਨੂੰ ਉਹ ਜਿਹੜਾ ਜਿੱਦਾਂ ਵੇਖਿਆ ਨਾ, ਜਦੋਂ ਜ਼ਖਮ ਤੇ ਅੰਗੂਰ ਆਉਂਦਾ ਤੇ ਆਪਾਂ ਨਿੱਜਰ ਸਾਹਿਬ ਖਾਰਸ਼ ਕਰਦੇ ਹਾਂ, ਕਿੱਦਾਂ ਮਜ਼ਾ ਆਉਂਦਾ, ਪਰ ਉਹ ਮੁੜ ਕੇ ਆਪਾਂ ਲਹੂ ਨਿਕਲਣਾ ਪੈਂਦਾ। ਉਸ ਕੰਮ ਦੇ ਵਿੱਚ, ਉਸ ਕਿਰਿਆ ਦੇ ਵਿੱਚ ਚੰਗਾ ਜ਼ਰੂਰ ਲੱਗਦਾ, ਪਰ ਉਹਦੇ ਵਿੱਚ ਲਹੂ ਨਿਕਲਦੇ ਆ, ਸਾਡੀ ਚਮੜੀ ਖਰਾਬ ਹੋ ਜਾਊਗੀ, ਸਾਡੇ ਮੂੰਹ 'ਚ ਲਹੂ ਨਿਕਲਦੇ ਆ। ਪਰ ਅਸੀਂ ਉਹ ਹੱਡੀਆਂ ਨੂੰ ਮੂੰਹ 'ਚ ਲਿਆ ਕੇ ਰੋਜ਼ ਦਿਹਾੜੀ ਉਹਨੂੰ ਚਿੱਥਦੇ ਆ, ਮਜ਼ਾ ਲੈਂਦੇ ਆ। ਪਰ ਮੈਂ ਕਹਿੰਦਾ ਕਿ ਉਹਨਾਂ ਨੂੰ ਛੱਡ ਦਿਓ, ਕਿਉਂਕਿ ਬਾਣੀ ਕਹਿੰਦੀ ਹੈ ਜੋ ਹੋਣੀ ਅਣਹੋਣੀ, ਜੋ ਹੋਣਾ ਵਾ ਉਹ ਹੋ ਕੇ ਰਹਿਣਾ ਜੀ, ਜਿਹੜਾ ਨਹੀਂ ਹੋਣਾ ਉਹ ਨਹੀਂ ਜੋ ਹੋਣਾ। ਔਰ ਜੋ ਹੋ ਗਿਆ ਉਹ ਬਦਲਣਾ ਨਹੀਂ, ਜੋ ਹੋ ਗਿਆ ਉਹ ਬਦਲਣਾ ਨਹੀਂ। ਆਹ ਤੇ ਜਿਹੜਾ ਪੁਲ ਦੇ ਥੱਲੋਂ ਪਾਣੀ ਨਿਕਲ ਗਿਆ ਨਾ, ਉਹ ਤੇ ਨਿਕਲ ਗਿਆ। ਹੁਣ ਉਸ ਪਾਣੀ ਨੇ ਉਹ ਪੁਲ ਦੇ ਥੱਲੋਂ ਨਹੀਂ ਨਿਕਲਣਾ, ਉਹ ਤੇ ਨਿਕਲ ਗਿਆ। ਐਡੇ ਵੱਡੇ ਦਰਿਆ ਨੇ ਅਰਬਾਂ ਖਰਬਾਂ ਟਨ ਪਾਣੀ ਨਿਕਲੀ ਜਾਂਦਾ, ਜਿਹੜਾ ਗਿਆ ਉਹ ਗਿਆ। ਇਹ ਕੁਝ ਕੀਤਾ ਜਾ ਸਕਦਾ ਹੈ। ਦੇਖੋ ਪਤਾ ਕੀ ਆ, ਆਪਣੇ ਕੋਲ ਬੋਲਾਂ ਨੇ 6, ਮੰਨ ਲਓ 4 ਬੋਲਾਂ ਮੇਰੇ ਕੋਲ ਖਰਾਬ ਹੋ ਗਈਆਂ, ਮੈਂ ਧਿਆਨ ਹੀ ਨਹੀਂ ਦਿੱਤਾ, ਪਰ ਨਿੱਜਰ ਸਾਹਿਬ ਹਜੇ ਮੇਰੇ ਕੋਲ 2 ਹੈਗੀਆਂ ਜੀ। ਬਿਲਕੁਲ ਸਹੀ ਗੱਲ ਹੈ। ਜੇ ਮੈਂ ਸਿਆਣਾ ਹੋਵਾਂ ਨਾ, ਉਹਨਾਂ ਦੋਵਾਂ ਨੂੰ ਸਹੀ ਤਰੀਕੇ ਨਾਲ ਖੇਡਾਂ, 4 ਤੋਂ ਸਿੱਖ ਸਕਦਾ। ਮੈਂ ਨਹੀਂ ਕਹਿੰਦਾ ਜੁਗਾਲੀ ਨਹੀਂ ਕਰਨੀ ਚਾਹੀਦੀ। ਕੋਈ ਵੱਡਾ ਡਿਸੀਜਨ ਲੈਣਾ ਹੈ, ਕ੍ਰਿਟੀਕਲ ਡਿਸੀਜਨ ਲੈਣਾ ਹੈ, ਕ੍ਰਿਟੀਕਲ ਥਿੰਕਿੰਗ ਹੈ, ਕੁਝ ਵੱਡੇ ਮੈਟਰ ਨੇ, ਆਪਾਂ ਲੌਂਗ ਟਰਮ ਸੋਚ ਕੇ ਚੱਲਦੇ ਹਾਂ। ਜੇ 10-20 ਸਾਲ ਤੱਕ ਜੇ ਮੈਂ ਉਹਨੂੰ 30 ਸਾਲ ਤੱਕ ਯੂਜ਼ ਕਰਨਾ ਚੀਜ਼ ਨੂੰ, ਤੇ ਕੀ ਹੋਊਗਾ? ਲੌਂਗ ਟਰਮ ਜਿਹੜੇ ਫੈਸਲੇ ਹੁੰਦੇ ਆ ਉਹਨੂੰ ਕ੍ਰਿਟੀਕਲ ਥਿੰਕਿੰਗ ਕਹਿੰਦੇ ਆ। ਉਹਦੇ ਵਿੱਚ ਵੇਖਣਾ ਪੈਂਦਾ ਸੱਜਾ ਖੱਬਾ ਅੱਗੇ ਪਿੱਛੇ, ਜੇ ਮੈਂ ਏਦਾਂ ਕਰਦਾ ਤਾਂ ਕੀ ਹੋਊਗਾ, ਜੇ ਮੈਂ ਏਦਾਂ ਨਹੀਂ ਕਰਦਾ ਤਾਂ ਕੀ ਹੋਊਗਾ, ਜੇ ਮੈਂ ਏਦਾਂ ਕਰਦਾ ਤੇ ਕਿੰਨਾ ਪੈਸਾ ਲੱਗੂਗਾ, ਕਿੱਦਾਂ ਲੱਗੂਗਾ। ਉਹ ਚੀਜ਼ਾਂ ਆਪਾਂ ਸਾਰੀਆਂ ਸੋਚਦੇ, ਠੀਕ ਹੈ, ਉਹਨੂੰ ਕ੍ਰਿਟੀਕਲ ਥਿੰਕਿੰਗ ਕਹਿੰਦੇ ਆਪਾਂ। ਜੇ ਗੱਡੀ ਲੈ ਲਈ ਆ, ਮੈਂ ਗੱਡੀ ਲੈਣੀ ਤੇ ਬੜੀ ਸੌਖੀ ਆ, 50-60 ਹਜ਼ਾਰ ਦਿੱਤਾ, ਗੱਡੀ ਲੈ ਕੇ ਘਰ ਲਾ ਲਈ, ਹੁਣ ਅਗਲੇ ਬੰਨੇ ਕਿਸ਼ਤਾਂ ਆਉਣੀਆਂ ਉਹਦੀਆਂ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਤੇ ਕ੍ਰਿਟੀਕਲ ਥਿੰਕਿੰਗ ਇਹ ਕਹਿੰਦੀ ਚਰਨਜੀਤ ਤੇਰੇ ਕੋਲ ਪੈਸੇ ਹੀ ਨਹੀਂ ਹੈਗੇ, ਨਾ ਪੰਗਾ ਲੈ। ਔਰ ਗੱਡੀ ਵੀ ਗੋਰਖੀ ਸਾਹਿਬ ਜਿਹੜੀ ਹੈਗੀ, ਜੇ ਗੱਡੀ ਹੁਣ ਜਿਹੜੀ ਹੈ 6 ਸਿਲੰਡਰ ਲੈ ਲਈ, ਬਈ ਤਾਕਤ, ਬਈ ਬਹੁਤ ਤਾਕਤ ਆ ਉਹਦੇ, ਉਹਨੂੰ ਹਾਥੀ ਨੂੰ ਹੁਣ ਖਿਲਾਊਗਾ ਕੌਣ? ਉਹ 1.5 ਗੁਣਾ ਉਹਨੇ ਪੀਣਾ ਹੈ ਪਾਣੀ, ਉਹਨੇ ਪੈਟਰੋਲ, ਉਹਨੇ ਤੇਲ ਪੀਣਾ ਵਾ, ਮੁੜ ਕੇ ਉਹਨੇ ਨੇਰੀ ਲੈ ਆਉਣੀ ਆ। ਫਿਰ ਤੇ ਉਹ ਫਿਰ ਕਹਿੰਦੇ ਊਠਾਂ ਦੇ ਨਾਲ ਦੋਸਤੀ ਪਾਈਏ ਤੇ ਬੂਹੇ ਉੱਚੇ ਰੱਖਣੇ ਪੈਂਦੇ ਆ। ਬਿਲਕੁਲ ਠੀਕ ਹੈ। ਆਪਾਂ ਇੱਥੇ ਵਿਚਾਰ ਤੇ ਫਿਰ ਆ ਜਾਂਦੇ ਆ। ਅੱਜ ਦੀ ਜਿਹੜੀ ਕੱਲ ਦੀ ਵਿਚਾਰ ਚੱਲੀ ਆ, ਉਹਦੇ ਚ ਇੱਕੋ ਨੁਕਤੇ ਦੀ ਗੱਲ ਸੀ। ਹੁਣ ਚਿੱਤ ਕੀ ਕਰਦਾ ਹੈ? ਚਿੱਤ ਦੇ ਵਿੱਚ ਨੇ ਸਾਰਾ ਕੁਝ ਘੁੰਮਦਾ ਹੈ ਤੇ ਮਨ ਚਿੱਤ ਦੇ ਵਿੱਚ ਬੈਠਾ ਜੀ। ਮਨ ਨੂੰ ਕਨਵਿੰਸ ਕਰਨਾ, ਆਪਾਂ ਮਨ ਨੂੰ ਇਹ ਸਮਝਾਉਣਾ ਹੈ ਕਿ ਜੋ ਲੰਘ ਗਿਆ ਨਾ ਪੁਲ ਦੇ ਥੱਲੋਂ, ਉਹਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਚਾਰਜ ਨਹੀਂ ਕਰਨਾ। ਜੇ ਤੁਸੀਂ ਮੋਬਾਈਲ ਚਾਰਜ ਕਰਤਾ ਨਾ ਨਿੱਜਰ ਸਾਹਿਬ, ਹਾਂਜੀ ਬਿਲਕੁਲ, ਫਿਰ ਉਹਨੇ ਚੱਲੀ ਜਾਣਾ, ਫਿਰ ਤੁਹਾਨੂੰ ਗੜਬੜ ਕਰੂਗਾ ਉਹ। ਪਰ ਤੁਸੀਂ ਕੀ ਕਰਨਾ ਹੈ? ਇੱਕ ਛੋਟੀ ਜਿਹੀ ਗੱਲ ਕਹਿਣੀ ਆ, ਜੁਗਤੀ ਵਰਤਣੀ ਆ। ਬਾਣੀ 'ਚ ਲਿਖਿਆ ਕਿ ਇਹ ਹੋਣੀ ਅਣਹੋਣੀ, ਇਹ ਹੋਣੀ ਆ। ਕੁਛ ਨਹੀਂ ਕੀਤਾ ਜਾ ਸਕਦਾ। ਉਹਨੇ ਕਹਿਣਾ, ਮਨ ਨੇ ਕਹਿਣਾ ਤੂੰ ਏਦਾਂ ਕਰਕੇ ਬੁੱਧੀ ਦਾ ਪਲੱਗ ਲਾ ਦੇ ਵਿੱਚ, ਚਾਰਜਿੰਗ ਕਰ ਲੈ, ਚਾਰਜਰ ਲਾ ਦੇ, ਮੈਂ ਇਹਨੂੰ ਹੋਰ ਵੱਡਾ ਕਰੂੰਗਾ। ਪਰ ਤੁਸੀਂ ਕਹਿਣਾ ਕਿ ਨਹੀਂ, ਤੂੰ ਮੈਨੂੰ ਪਤਾ 5-10 ਸਾਲ ਤੋਂ ਪਹਿਲਾਂ ਹੀ ਚਾਰਜਿੰਗ ਕਰ ਕਰਕੇ ਮੈਨੂੰ ਪਰੇਸ਼ਾਨ ਕੀਤਾ ਹੈ। ਕਿਉਂਕਿ ਦੇਖੋ, ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਕੰਮ ਦੀ ਗੱਲ ਦੀ, ਬਹੁਤ ਹੀ ਕੰਮ ਦੀ ਗੱਲ। ਜੇਕਰ ਤੁਸੀਂ ਬਹੁਤਾ ਅੱਗੇ ਜੀ ਜਾਂ ਤੁਸੀਂ ਬਹੁਤਾ ਪਿੱਛੇ ਤੁਰੇ ਫਿਰਦੇ ਜੋ ਨਾ, ਤੁਸੀਂ ਕਾਫੀ ਜ਼ਿਆਦਾ ਮਾਨਸਿਕ ਬਿਮਾਰ ਜੋ। ਇਹ ਕੋਈ ਚੰਗੀ ਨਿਸ਼ਾਨੀ ਨਹੀਂ ਹੈ ਨਿੱਜਰ ਸਾਹਿਬ। ਬਿਲਕੁਲ, ਇਹਨੂੰ ਕਹਿੰਦੇ ਆ ਥਾਟ ਡਿਸਆਰਡਰ। ਇੱਕ ਬਿਮਾਰੀ ਹੈ, ਮਾਨਸਿਕ ਬਿਮਾਰੀ। ਇਹ ਜਿਹੜੇ ਮਨ ਦੇ ਇਲਾਜ ਕਰਦੇ ਨੇ, ਇਹਨਾਂ ਕੋ ਹੈ ਕੀ ਆ? ਉਹੀ ਤੁਹਾਡੀ ਥਾਟ ਨੂੰ ਸੈਟਲ ਕਰਨਾ। ਤੇ ਸੈਟਲ ਕਰਨ ਦੇ ਲਈ ਬਾਹਰੋਂ ਤੇ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ, ਕਿਉਂਕਿ ਥਾਟ ਤੁਹਾਡੇ ਅੰਦਰ ਚੱਲਦੀਆਂ ਨੇ। ਤੁਹਾਡੇ ਅੰਦਰ ਹੀ ਫੈਸਲਾ ਲੈਣ ਵਾਲਾ ਹੈ, ਤੁਹਾਡੇ ਅੰਦਰ ਐਡਵਾਈਜ਼ਰ ਹੈ ਬੁੱਧੀ। ਪਰ ਇੱਥੇ ਵਿਵੇਕ ਬੁੱਧੀ ਨੂੰ ਵਰਤਣਾ ਹੈ। ਬੁੱਧੀ ਤੇ ਕਹਿੰਦੀ ਆ ਨਾ ਉਹ ਗੱਲ ਨਾ ਛੱਡੀ, ਉਹ ਫਲਾਣੇ ਬੰਦੇ ਨੂੰ ਫਲਾਣੀ ਗੱਲ ਕੀਤੀ ਸੀ ਅੱਜ ਤੋਂ 20 ਸਾਲ ਪਹਿਲਾਂ। ਪਰ ਪੰਗਾ ਤੇ ਇਹ ਹੈ, ਮੈਂ ਆਪ ਜੀ ਨੂੰ ਦੇਖੋ, ਮੰਨਿਆ ਕੋਈ ਬੰਦਾ ਮਾੜਾ ਸੀ, ਮੰਨਦਾ ਮੈਂ ਮਾੜਾ ਬੰਦਾ, ਪਰ 5-6 ਸਾਲ ਪਹਿਲਾਂ ਜਿਹੜਾ ਬੰਦਾ ਮਿਲਿਆ ਸੀ, ਮਨ ਇਹਨੂੰ ਉਸੇ ਨਜ਼ਰ ਨਾਲ ਦੇਖਦਾ ਹੈ
ਉਹ ਚੀਜ਼ ਨੂੰ, ਉਹਦੇ ਕੋਲ ਜਿਹੜਾ ਸਵਾਦ ਆ ਉਹਨੂੰ ਸਵਾਦ ਨੂੰ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੰਦਾ ਉਹ ਜੇਕਰ ਤੁਸੀਂ ਉਹ ਬੰਦੇ ਨੂੰ ਵੇਖ ਕੇ ਉਹ ਜੁਗਾਲੀ ਦੇ ਵਿੱਚੋਂ ਕੋਈ ਕੱਢ ਕੇ ਪ੍ਰੋਸੈਸ ਕੀਤਾ ਨਾ ਤੇ ਉਹ ਇਨਸਾਫ ਨਹੀਂ ਜੇ ਨਿੱਜਾ ਸਾਹਿਬ। ਕਿ ਉਹ ਚ ਗੰਦ ਮੰਦ ਆ, ਉਹ ਚ ਕੁਝ ਵੀ ਚੰਗੀ ਚੀਜ਼ ਨਹੀਂ ਹੈਗੀ। ਮੰਨਿਆ ਉਸ ਬੰਦੇ ਦਾ 100% ਚੋਂ 90% ਕਸੂਰ ਆ, ਉਹਦੇ ਵਿੱਚ 10% ਤੁਹਾਡਾ ਵੀ ਸੀ। ਨਹੀਂ ਨਾਲੇ ਗੁਰਗੀ ਸਾਹਿਬ ਜਿਹੜਾ ਬੰਦਾ ਜਿਹੜਾ ਪੁਰਾਣਾ ਹੈਗਾ, ਤੁਸੀਂ ਪੁਰਾਣਾ ਉਹਦਾ ਜਿਹੜਾ ਪੁਰਾਣਾ ਅੰਕਲਨ ਕੀਤਾ ਹੋਇਆ ਆ ਬੰਦਾ ਤਾਂ ਚੇਂਜ ਪਲ ਤੇ ਚੇਂਜ ਹੁੰਦਾ ਹੈ। ਕੀ ਪਤਾ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ ਹੁਣ ਜਿਹੜਾ ਹੈਗਾ ਬਿਲਕੁਲ ਚੇਂਜ ਹੋ ਗਿਆ ਹੋਵੇ। ਆਹੋ ਮੈਨੂੰ ਤਾਂ ਫੇਸਬੁੱਕ ਦੇ ਵਿੱਚ ਪਾਇਆ ਸੀ, ਕਹਿੰਦਾ ਕਿ ਅੱਜ ਕੱਲ ਦੁਸ਼ਮਣੀਆਂ ਤੇ ਯਾਰੀਆਂ ਨਾ ਮਤਲਬ ਲੰਮੇ ਸਮੇਂ ਲਈ ਨਹੀਂ ਰਹਿੰਦੀਆਂ, ਕਿਉਂਕਿ ਹਾਲਾਤ ਏਦਾਂ ਦੇ ਪੈਦਾ ਹੋ ਗਏ ਨੇ ਜਿਹੜੇ ਸਾਡੇ ਦੁਸ਼ਮਣ ਨੇ ਦੋਸਤ ਵੀ ਬਣ ਜਾਂਦੇ, ਕਿਉਂਕਿ ਜ਼ਰੂਰਤ ਹੈਗੀ। ਬਿਲਕੁਲ ਸਾਰੇ ਆ ਸਮਾਜ 'ਚ ਰਹਿੰਦੇ ਆ ਤੇ ਕਈ ਵਾਰੀ ਕਈ ਕਲੋਜ਼ ਵੀ ਹੁੰਦੇ ਉਹ ਸਾਡੇ ਤੋਂ ਦੂਰ ਵੀ ਹੋ ਜਾਂਦੇ ਨੇ, ਕਈ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ। ਤੋ ਏਦਾਂ ਨਹੀਂ ਕੋਈ ਪਰਮਾਨੈਂਟ ਨਹੀਂ ਹੈਗਾ। ਠੀਕ ਹੈ, ਆਪਾਂ ਅੱਜ ਫਿਰ ਕਥਾ ਤੇ ਵਾਪਸ ਆ ਜਾਂਦੇ ਹਾਂ। ਹੁਣ ਮੈਂ ਇੱਕ ਲਾਸਟ ਤੇ ਫਿਰ 1 ਮਿੰਟ ਬੋਲਦਾ ਵਾਂ। ਕੱਲ ਦੀ ਜਿਹੜੀ ਕਥਾ ਚੱਲੀ ਆ ਉਹਦੇ ਵਿੱਚ ਜੋ ਰਿਜ਼ਲਟ ਸੀ ਕਿ ਜੀਵਨ ਦੇ ਵਿੱਚ ਜੋ ਤੁਹਾਨੂੰ ਸਵਾਦ ਮਿਲਿਆ ਉਹਨੂੰ ਸਵਾਦ ਦੇ ਤੌਰ ਤੇ ਸਵੀਕਾਰ ਕਰੋ, ਪਰ ਉਹਨੂੰ ਹਰ ਰੋਜ਼ ਉਹਨੂੰ ਚੱਟਣਾ ਚੰਗੀ ਚੀਜ਼ ਨਹੀਂ, ਕਿਉਂਕਿ ਉਹਨੇ ਤੁਹਾਨੂੰ ਕੋਈ ਚੰਗੀ ਚੀਜ਼ ਨਹੀਂ ਦੇਣੀ, ਤੁਹਾਡੀ ਹੈਲਥ ਖਰਾਬ ਕਰ ਦੂਗਾ। ਕਿਉਂਕਿ ਦੇਖੋ ਇੱਕ ਕੈਸਟ ਆ, ਤੁਸੀਂ ਬਾਰ-ਬਾਰ ਹੀ ਉਹਨੂੰ ਚਲਾਈ ਜਾਓਗੇ, ਕੀ ਹੋਊਗਾ? ਉਹਨੇ ਹੈਡ ਵੀ ਖਰਾਬ ਕਰਨਾ ਹੈ, ਕੈਸਟ ਵੀ ਖਰਾਬ ਹੋ ਜਾਣੀ। ਆਪਾਂ ਵੀ ਏਦਾਂ ਹੀ ਕਰਦੇ ਹਾਂ, ਕਈ ਪੁਰਾਣੀਆਂ ਗੱਲਾਂ ਤੇ ਤੁਹਾਡੇ ਚਿੱਤ 'ਚ ਨਾ ਲੀਕਾਂ ਪੈ ਜਾਂਦੀਆਂ। ਫਿਰ ਜਦੋਂ ਵੀ ਤੁਸੀਂ ਫ੍ਰੀ ਹੋਏ ਨਾ ਤੁਹਾਡੀ ਸੂਈ ਉੱਥੇ ਪਹੁੰਚ ਜਾਣੀ। ਜਦੋਂ ਵੇਖਿਆ ਨੀ ਤੁਸੀਂ ਖੂਹ ਦੇ ਵਿੱਚ ਜਦੋਂ ਰੱਸੀ ਨਹੀਂ ਜਾਂਦੀ ਤਾਂ ਠਾਂ ਤੇ ਲੀਕ ਪੈ ਜਾਂਦੀ ਹੈ। ਜੇ ਤੁਸੀਂ ਸੱਜੇ ਬੰਨੇ ਖੱਬੇ ਬੰਨੇ ਸੂਈ ਉਸੇ ਟਾਈਮ ਜਿਹੜੀ ਲੀਕ ਜੀ ਪਈ ਆ ਤੁਹਾਡੀ ਉਹ ਰੱਸੀ ਉੱਥੇ ਚੱਲ ਜਾਣੀ, ਬਿਲਕੁਲ ਚੱਲ ਜਾਣੀ। ਤੁਸੀਂ ਫਿਰ ਸੋਚਣਾ ਯਾਰ ਮੈਂ ਤੇ ਸੋਚਿਆ ਸੀ ਇਹ ਚੀਜ਼ ਨੂੰ ਛੇੜਨਾ ਨਹੀਂ, ਆ ਤੇ 10-12 ਮਿੰਟ ਮੇਰੇ ਸਮਾਧੀ 'ਚ ਲੰਘ ਗਏ, ਮੈਂ ਉੱਥੇ ਵਿਚਾਰਾਂ 'ਚ ਬੈਠਾ ਉਸੇ ਗੱਲ ਦੇ ਬਾਰੇ ਘੁੰਮ ਰਿਹਾ। ਤੋ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਠੀਕ ਹੈ, ਹਾਂਜੀ ਨਿੱਜਾ ਸਾਹਿਬ ਆਪ। ਹਾਂਜੀ ਵੀਰ ਜੀ, ਇਹ ਨਾ ਐਕਚੁਅਲੀ ਜਿਹੜਾ ਨਾ ਤੁਹਾਡੀ ਜਿਹੜੀ ਗੱਲ ਹੈਗੀ ਹੈ ਧਿਆਨ ਸਿਮਰਨ ਦੇ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਆ। ਇਹ ਜਿਹੜੀ ਹੈਗੀ ਆ ਬਹੁਤ ਪ੍ਰੈਕਟੀਕਲੀ ਦੇਖੀਏ ਤੇ ਇਸ ਤਰ੍ਹਾਂ ਹੀ ਫਸਦਾ ਹੈ ਇਨਸਾਨ। ਹਾਂ ਨਿੱਜਾ ਸਾਹਿਬ, ਇਹ ਜਿੰਨਾ ਚਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਨਾ ਝਾੜਦੇ ਉਹਨਾਂ ਚਿਰ ਤੁਸੀਂ ਸਾਧਨਾ ਦੇ ਗਹਿਰੇ ਤਲਾਂ ਤੇ ਜਾ ਹੀ ਨਹੀਂ ਸਕਦੇ। ਕਿ ਬਾਣੀ ਦੇ ਵਿੱਚ ਪਤਾ ਕੀ ਬਾਣੀ 'ਚ ਸਿੰਪਲ ਗੱਲਾਂ ਕੀਤੀਆਂ ਨੇ, ਸਿੱਧੀਆਂ ਗੱਲਾਂ ਕਰਦੀਆਂ। ਇਹ ਗੱਲਾਂ ਜਿਹੜੀਆਂ ਅਸਲ ਦੇ ਵਿੱਚ ਸਾਡੇ ਜੀਵਨ ਨਾਲ ਜੁੜੀਆਂ ਨੇ, ਉਹ ਬਿਲਕੁਲ ਜੁੜੀਆਂ ਹੋਈਆਂ। ਬਾਣੀ ਦੇ ਪਿੱਛੇ ਜਿਹੜੀਆਂ ਗੱਲਾਂ ਨਹੀਂ ਕਹੀਆਂ, ਉਹ ਬ੍ਰਹਮ ਗਿਆਨੀ ਕੀ ਸੋਚ ਰਿਹਾ ਹੈ, ਉਹ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ, ਸਾਨੂੰ ਉਹਨਾਂ ਅਰਥਾਂ ਨੂੰ ਸਮਝਣਾ ਪਊਗਾ। ਸਾਨੂੰ ਉਸ ਇਨਸਾਨ ਦੀ ਸੋਚ ਵਾਂਗੂ ਸੋਚਣਾ ਪਊਗਾ ਨਿੱਜਾ ਸਾਹਿਬ, ਉਹ ਕੀ ਕਹਿਣਾ ਚਾਹੁੰਦਾ ਸਾਨੂੰ। ਬਿਲਕੁਲ। ਤੇ ਜੇ ਮੈਂ ਅੱਖਰਾਂ ਦਾ ਅਰਥ ਕਰਾਂਗਾ ਤੇ ਫਿਰ ਤੋਂ ਤੇ ਸਿੰਪਲ ਹੀ ਆ, ਉਹ ਤੇ ਹੈ ਹੀ ਆ, ਸੱਜਾ ਖੱਬਾ ਅੱਗੇ ਪਿੱਛੇ। ਪਰ ਮਕਸਦ ਉਹਨਾਂ ਦਾ ਜਿਹੜਾ ਹੁੰਦਾ ਭਾਵ ਅਰਥ ਕੁਝ ਹੋਰ ਹੁੰਦੇ ਆ, ਸ਼ਬਦ ਅਰਥ ਜਿਹੜੇ ਬਾਣੀ ਦੇ ਆ ਉਹ ਕੁਝ ਹੋਰ ਨੇ। ਇਹ ਬ੍ਰਹਮ ਗਿਆਨੀ ਇਹਨਾਂ ਨੇ ਕੀਤਾ ਸ਼ਾਰਟਕਟ ਕਰਕੇ ਲਿਖਦੀ ਆ। ਬਿਲਕੁਲ ਅੱਗੇ ਕਬੀਰ ਜੀ ਦੀ ਬਾਣੀ ਦੇ ਵਿੱਚ ਆਏਗਾ। ਇਸ ਤੋਂ ਅਗਲਾ ਸ਼ਬਦ ਹੈ ਮੇਰੇ ਖਿਆਲ, ਕਬੀਰ ਜੀ ਕਹਿੰਦੇ ਕਿ ਤੁਸੀਂ ਜਿਹੜੇ ਅਰਥ ਜਿਹੜੇ ਕਿਸ ਅਰਥ 'ਚ ਕਰ ਰਹੇ ਹੋ, ਇੱਕ ਅੱਖਰ ਦੇ ਕਈ ਅਰਥ ਹੁੰਦੇ ਆ ਤੇ ਤੁਸੀਂ ਕਿਹੜੇ ਅਰਥ 'ਚ ਲੈ ਰਹੇ ਹੋ। ਤੁਸੀਂ ਉਹ ਜਿਹੜਾ ਹੈਗਾ ਉਸ ਤੇ ਡਿਪੈਂਡ ਕਰਦਾ ਹੈ ਤੁਹਾਡੇ ਅੰਦਰ ਕੀ ਜਾਣਾ ਹੈ। ਹਾਂ, ਪਰ ਤੁਸੀਂ ਤੁਹਾਡੇ 'ਚ ਕੈਪੈਸਿਟੀ ਵੀ ਚਾਹੀਦੀ ਆ। ਬਿਲਕੁਲ। ਉਹਨੂੰ ਰਿਫਾਈਨ ਕਰਨ ਦੇ ਲਈ ਤੁਹਾਡੇ ਕੋਲ ਗਿਆਨ ਚਾਹੀਦਾ। ਬਿਲਕੁਲ ਚਾਹੀਦਾ। ਤੁਸੀਂ ਪ੍ਰੋਸੈਸ ਕਿੱਥੋਂ ਕਰੋਗੇ? ਆਪ ਦੇਖੋ, ਇੱਕ ਸਰੋਂ ਦਾ ਤੇਲ ਕੱਢਣਾ, ਦੇ ਦਿਓ ਮੈਨੂੰ ਕੋਲ ਲੈ ਚਰਨਜੀਤ 5-6 ਕੁਇੰਟਲ ਸਰੋਂ ਤੇ ਤੇਲ ਕੱਢ ਲੈ। ਮੇਰੇ ਕੋਲ ਕੋਲੂ ਨਹੀਂ ਹੈਗਾ, ਮੈਂ ਕਿੱਥੋਂ ਕੱਢੂੰਗਾ ਤੇਲ? ਠੀਕ ਹੈ, ਬਾਣੀ ਕੀ ਕਹਿਣਾ ਚਾਹੁੰਦੀ ਆ, ਤੁਹਾਡੇ ਕੋਲ ਕੋਲੂ ਚਾਹੀਦਾ ਵਾ। ਬਿਲਕੁਲ। ਉਹਨੂੰ ਪ੍ਰੋਸੈਸ ਕਰਨਾ ਪਊਗਾ। ਪ੍ਰੋਸੈਸ ਕਰਨ ਦੇ ਲਈ ਉਹ ਤੁਹਾਡਾ ਆਪਣਾ ਅਨੁਭਵ ਵੀ ਚਾਹੀਦਾ, ਵਿੱਚ ਸ਼ਬਦ ਗਿਆਨ ਵੀ ਚਾਹੀਦਾ, ਸ਼ਬਦ ਬ੍ਰਹਮ ਵੀ ਚਾਹੀਦਾ। ਮਿਲ ਕੇ ਕੰਮ ਚੱਲੂਗਾ ਫਿਰ ਹੀ ਤੇਲ ਵਧੀਆ ਨਿਕਲੂਗਾ। ਤੇ ਜੇ ਤੁਹਾਡੀ ਮਸ਼ੀਨ ਹੀ ਬਰਾਬਰ ਨਹੀਂ ਆ, ਉਹ ਵਿੱਚ ਕੁਛ ਜੋੜ ਰਹੀ ਆ, ਆਪਣੇ ਕੋਲੋਂ ਜੋੜ ਰਹੀ ਆ, ਉਹ ਤੁਹਾਨੂੰ ਆਪਣੇ ਨਾਲ ਕਹਿੰਦਾ ਮੇਰੇ ਕੋਲ ਆਓ, ਇੱਥੇ ਪੈਸੇ ਮੱਥਾ ਟੇਕੋ, ਇੱਥੇ ਮੇਰੇ ਗੁਰਦੁਆਰੇ 'ਚ ਮੇਰੇ ਮੰਦਿਰ 'ਚ ਆਓ, ਇੱਥੇ ਮੇਰੇ ਗੋਡੇ ਘੁੱਟੋ, ਤੇ ਫਿਰ ਤੇ ਨਿੱਜਾ ਸਾਹਿਬ ਉਹ ਤੇਲ ਨਹੀਂ ਜੇ ਨਿਕਲਣਾ। ਨਾ ਫਿਰ ਉਹ ਤੇਲ ਦੇ ਵਿੱਚ ਕੁਛ ਉਹਨੇ ਹੋਰ ਪਾਤਾ ਵਾ। ਨਹੀਂ ਸਰੋਂ ਹੀ ਖਤਮ ਹੋ ਜਾਣੀ ਆਪਣੀ। ਤੁਹਾਡੀ ਸਰੋਂ ਖਰਾਬ ਕਰ ਦੇਣੀ।
ਕਹਿ ਤੇ ਦੇਣਾ ਔਰ ਫਿਰ ਤੁਹਾਨੂੰ ਨਕਲੀ ਗਿਆਨ ਦੇ ਦੇਣਾ ਡੱਬਾ ਭਰ ਕੇ 5-6 ਕੁਇੰਟਲ ਦਾ। ਆ ਲੈ ਜਾਓ ਜੀ ਸਰੋਂ ਦਾ ਤੇਲ। ਤੁਸੀਂ ਕਹਿਣਾ ਬਾਬਾ ਜੀ ਦਿਖਦਾ ਤੇ ਹੈ ਨਹੀਂ ਹੈ, ਕਹਿੰਦਾ ਤੈਨੂੰ ਨਹੀਂ ਦਿਖਦਾ, ਤੇਰੇ ਕੋਲ ਵਿਵੇਕ ਬੁੱਧੀ ਨਹੀਂ ਹੈਗੀ, ਮੈਂ ਤੈਨੂੰ ਸਹੀ ਚੀਜ਼ ਦੇਤੀ ਹੈ, ਇਹਨੂੰ ਘਰ ਲੈ ਜਾ, ਸਾਂਭ ਕੇ ਰੱਖੀ, ਦੱਸੀ ਨਾ ਕਿਸੇ ਨੂੰ, ਕਿਉਂਕਿ ਦਿਖਾਤਾ ਤੇ ਲੋਕਾਂ ਨੇ ਕਹਿਣਾ ਡਰਮ ਖਾਲੀ ਹੈ। ਜੀ ਸਾਹਿਬ ਬਿਲਕੁਲ ਸਹੀ ਗੱਲ ਹੈ। ਰੌਲਾ ਪੈ ਜਾਣਾ। ਜੇਕਰ ਕਹਿੰਦਾ ਫਿਰ ਦੱਸੀ ਨਾ ਕਿਸੇ ਨੂੰ, ਇਹਨੂੰ ਘਰੇ ਰੱਖ ਛੱਡ, ਤੇ ਆਖਰ ਤੇ ਜਦੋਂ ਜਾਏਗਾ ਨਾ ਸੰਸਾਰ ਤੋਂ, ਇਹ ਡਰਮ ਤੇਰੇ ਨਾਲ ਜਾਊਗਾ। ਤੇ ਏਦਾਂ ਲੋਕੀ ਵਿਸ਼ਵਾਸ ਕਰਦੇ ਨੇ। ਵੇਖ ਲਓ ਉੱਥੇ ਫਿਰ ਕਬੀਰ ਜੀ ਤਾਂਹੀਓ ਤੇ ਕਹਿ ਗਿਆ ਇਹ ਡਾਰਾਂ ਦੀਆਂ ਡਾਰਾਂ, ਇੱਕ ਦੋ ਨਹੀਂ ਕਈ ਡਾਰਾਂ। ਤੇ ਫਿਰ ਇਹ ਲੋਕ ਕਿਤੇ ਲੈ ਜਾਂਦੇ, ਆਪ ਵੀ ਡੁੱਬਦੇ, ਕਈਆਂ ਨੂੰ ਡੁੱਬ ਜਾਂਦੇ। ਤੇ ਬਾਣੀ ਏਦਾਂ ਨਹੀਂ ਕਹਿੰਦੀ। ਬਾਣੀ ਕਹਿੰਦੀ ਆ ਬਾਣੀ ਕਹੇ ਤੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਸਤਾਰੇ। ਬਿਲਕੁਲ। ਦੇਖੋ ਜਿਮ ਦੇ ਵਿੱਚ ਆਪਾਂ ਗਏ, ਇੱਥੇ ਮੇਰਾ ਵਜਨ ਹੈਗਾ ਜੀ ਮੰਨ ਲਓ 1 ਕੁਇੰਟਲ 20 ਕਿਲੋ। ਉਹ ਮੈਨੂੰ ਕਹਿੰਦਾ ਕਿ ਜਿਮ ਵਾਲਾ ਕਹਿੰਦਾ ਭਾਜੀ ਏਦਾਂ ਕਰੋ, ਆਹ ਤੁਹਾਡਾ ਡਾਈਟ ਪਲਾਨ ਬਣਾਤਾ ਜੇ, ਆਹ ਤੁਸੀਂ ਖਾਣਾ ਤੇ ਆਹ ਤੁਸੀਂ ਨਹੀਂ ਖਾਣਾ, ਇੰਨੇ ਘੰਟੇ ਐਕਸਰਸਾਈਜ਼ ਕਰਨੀ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਦੱਸਿਆ ਤੇ ਮੈਨੂੰ ਉਹਨੇ 5 ਮਿੰਟ ਚ, 5 ਮਿੰਟਾਂ ਚ ਮੈਂ ਥੋੜੀ ਕੋਈ ਬੋਡੀ ਬਿਲਡਰ ਬਣ ਜਾਊਗਾ। ਉਸ ਤੋਂ ਬਾਅਦ ਤੇ ਕੰਮ ਸ਼ੁਰੂ ਹੋਣਾ ਹੈ। ਬਿਲਕੁਲ। ਬਾਣੀ ਤੇ ਕਹਿੰਦੀ ਹੈ ਬਾਣੀ ਕਹੇ ਤੇ ਸੇਵਕ ਜਨ ਮਾਣੇ। ਜਦੋਂ ਤੁਸੀਂ ਬਾਣੀ ਦੇ ਅਨੁਸਾਰ ਜੀਵਨ ਬਤੀਤ ਕੀਤਾ, ਉਸ ਤੋਂ ਬਾਅਦ ਹੀ ਤੁਹਾਡੇ ਮਸਲ ਬਣਨੇ ਆ। ਉਹਦਾ ਮਸਲ ਨਹੀਂ ਬਣਨੇ। ਇਹ ਜੇ ਤੇ ਫੀਲਿੰਗ ਲੈਣੀ ਆ, ਫਿਰ ਉਹ ਜਿਹੜਾ ਤੁਹਾਨੂੰ ਉਹਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਆ, ਉਹ ਫਾਈਲ ਲੈ ਆਓ ਚੁੱਕ ਕੇ ਘਰ, ਤੇ ਉੱਥੇ ਫੀਸ ਜਮਾ ਕਰਾ ਦੋ। ਮੁੜ ਕੇ ਤੋਂ ਜਿਮ ਮੈਂ ਜਾਣਾ ਨਹੀਂ ਆ, ਮੈਨੂੰ ਤੇ ਉਹ ਜਿਮ ਵਾਲੇ ਨੇ ਕਿਹਾ ਕਿ ਆਹ ਪੜ੍ਹ ਲਿਆ ਕਰ ਤੇ ਕੰਮ ਤੇਰਾ ਸਰ ਗਿਆ। ਬਿਲਕੁਲ। ਪਰ ਨਹੀਂ, ਉਹ ਤੇ ਪ੍ਰੈਕਟੀਕਲ ਕਰਨਾ ਪੈਣਾ। ਠੀਕ ਹੈ, ਆਪਾਂ ਕਥਾ ਤੇ ਵਾਪਸ ਆਈਏ। ਨਿੱਜਾ ਸਾਹਿਬ ਪਹਿਲੀ ਤੁਕ ਬੋਲੋ। ਜੈਸੇ ਮੰਦਰ ਮੈਂ ਬਲ ਹਰ ਨਾ ਠਾਹਰੈ। ਕਹਿੰਦੇ ਮੰਦਰ ਜਿਹੜਾ ਹੈਗਾ, ਉਹਦੀ ਛੱਤ ਜਿਹੜੀ ਹੈਗੀ, ਮੰਦਰ ਜਿਹੜਾ ਹੈਗਾ, ਉਹ ਬਾਲਰ ਗਾਰਡਰ ਜੋ ਵੀ ਹੈਗਾ, ਉਹਦੇ ਬਗੈਰ ਜਿਹੜਾ ਹੈਗਾ, ਜਿਹੜਾ ਉਹਦਾ ਬਲ, ਉਹਦਾ ਵਜਨ ਝੱਲ ਸਕੇ, ਉਹਦੇ ਬਗੈਰ ਉਹ ਛੱਤ ਨਹੀਂ ਟਿਕ ਸਕਦੀ, ਠਹਿਰ ਨਹੀਂ ਸਕਦੀ। ਇਸੇ ਤਰੀਕੇ ਦੇ ਨਾਲ ਨਾਮ ਬਿਨਾ ਕੈਸੇ ਪਾਰ ਉਤਰੈ। ਕਹਿੰਦੇ ਨਾਮ ਦੇ ਬਗੈਰ, ਧਿਆਨ ਸਿਮਰਨ ਦੇ ਬਗੈਰ, ਪ੍ਰੇਮ ਭਗਤੀ ਦੇ ਬਗੈਰ, ਕਹਿੰਦੇ ਸੰਸਾਰ ਸਮੁੰਦਰ ਤੋਂ ਕਿਸ ਤਰੀਕੇ ਦੇ ਨਾਲ ਪਾਰ ਉਤਰ ਸਕਦਾ ਹੈ ਭਾਈ? ਕੋਈ ਦੁਨੀਆ ਦਾ ਮਾਈਕਾ ਲਾਲ ਜਿਹੜਾ ਹੈਗਾ ਬਗੈਰ ਨਾਮ ਤੋਂ ਪਾਰ ਨਹੀਂ ਲਗਾ ਸਕਦਾ। ਹਾਂਜੀ, ਠੀਕ ਹੈ ਸਾਧ ਸੰਗਤ ਜੀ। ਇਹ ਜਿਹੜੀ ਤੁਕ ਇਹਨਾਂ ਠੱਗਾਂ ਨੇ ਗਲਤ ਤਰੀਕੇ ਨਾਲ ਇਸਤੇਮਾਲ ਕਰਨੀ। ਉਹਨਾਂ ਕਹਿਣਾ ਹੈ ਕਿ ਅਸੀਂ ਤੁਹਾਨੂੰ ਨਾਮ ਦੇ ਦਾਂਗੇ, ਪਾਰ ਲੰਘ ਜਾਣਾ। ਵੇਖੋ ਇੱਥੇ ਕਿੱਡੀ ਖਤਰਨਾਕ ਚੀਜ਼ ਹੋ ਜਾਂਦੀ ਹੈ। ਆਪ ਜਦੋਂ ਅਰਥਾਂ ਦੇ ਅਨਰਥ ਕਰ ਦਿੰਦੇ ਨੇ ਲੋਕ। ਉਹ ਕਹਿੰਦੇ ਕਿ ਜਿੱਦਾਂ ਮੰਦਿਰ ਦੇ ਵਿੱਚ ਕੋਈ ਛੱਤ ਨੂੰ ਆਪਾਂ ਰੋਕਣਾ ਹੈ, ਉੱਤੇ ਛੱਤ ਪਾਈ ਹੈ ਤੇ ਬਾਲੇ ਚਾਹੀਦੇ ਆਪਾਂ, ਠੀਕ ਹੈ, ਉਸੇ ਤਰ੍ਹਾਂ ਕਹਿੰਦੇ ਕਿ ਨਾਮ ਤੋਂ ਬਿਨਾਂ ਇਹ ਭਵ ਸਾਗਰ ਤੋਂ ਕੋਈ ਕਿੱਦਾਂ ਲੰਘ ਜੂਗਾ। ਪਰਮਾਤਮਾ ਦੀ ਭਗਤੀ ਦੀ ਗੱਲ ਕੀਤੀ, ਕੋਈ ਸ਼ਬਦਾਂ ਦਾ ਨਾਮ ਨਹੀਂ ਹੁੰਦਾ। ਕਬੀਰ ਜੀ ਨੇ ਖੁਦ ਮਨਾ ਕੀਤਾ ਹੈ ਕਿ ਇਹ ਅੱਖਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈਗਾ। ਪਰ ਲੋਕੀ ਕਹਿੰਦੇ ਨੇ, ਦੇ ਦਿੰਦੇ ਨੇ ਤੁਹਾਨੂੰ। ਉਤੋਂ 100 ਬੰਦਾ ਗਿਆ ਉਹਨੂੰ 15 ਨੂੰ ਦੇ ਦਿੰਦੇ ਆ ਤੇ 85 ਨੂੰ ਵਾਪਸ ਮੋੜ ਦੇਣਾ, ਤੇ 85 ਬੜੇ ਔਖੇ ਘੁੰਮਦੇ ਆ ਕਿ ਸਾਨੂੰ ਨਾਮ ਨਹੀਂ ਮਿਲਿਆ। ਜਿਹਦਾ ਸਸਪੈਂਸ ਪੈਦਾ ਕਰਦੇ ਨੇ। ਸੀਰੀਅਲ ਚ ਵੇਖਿਆ ਨੀ, ਅੱਧਾ ਕੁ ਦਿਖਾ ਕੇ ਥੋੜਾ ਜਿਹਾ ਜਿੱਥੇ ਨਾ ਉਹਨੇ ਚਾਕੂ ਫੜਿਆ, ਭਾਵੇਂ ਅਗਲੀ ਨੇ ਗੰਢੇ ਚੀਰਨੇ ਹੋਏ, ਸਾਡੇ ਵਰਗਾ ਵੇਖਦਾ ਰਹਿੰਦਾ ਵੀ ਕੱਲ ਵੇਖੋ ਸੀਰੀਅਲ ਹੱਥ ਚ ਚਾਕੂ ਸੀ ਤੇ ਕਰਨਾ ਨੇ ਕੁਛ ਵੀ ਨਹੀਂ। ਪਰ ਏਦਾਂ ਸਸਪੈਂਸ ਪਾ ਦਿੰਦੇ ਨੇ। 80 ਨੂੰ ਨਹੀਂ ਦਿੱਤਾ, 15 ਨੂੰ ਦੇ ਦਿੱਤਾ। ਅੱਛਾ, ਇੱਥੇ ਆਪਾਂ ਚੀਜ਼ ਨੂੰ ਸਮਝੀਏ। ਇੱਥੇ ਕਹਿੰਦੇ ਕਿ ਨਾਮ, ਦੇਖੋ ਨਾਮ ਕੋਈ ਅੱਖਰ ਨਹੀਂ ਆ। ਨਾਮ ਦਾ ਮਤਲਬ ਹੈ ਧਿਆਨ ਸਿਮਰਨ ਕਰਨਾ, ਪਰਮਾਤਮਾ ਦੀ ਭਗਤੀ ਕਰਨੀ। ਨਾਮ ਦਾ ਮਤਲਬ ਜੀਵਨ ਨੂੰ ਚੁੱਕਣਾ, ਧਰਮ ਨੂੰ ਜ਼ਿੰਦਗੀ ਚ ਲੈ ਕੇ ਆਉਣਾ। ਤੇ ਜੇ ਕੋਈ ਸੋਚੇ ਨਾ ਕਿ ਰਾਮ ਕਹਿਤਾ, ਅੱਲਾ ਕਹਿਤਾ, ਵਾਹਿਗੁਰੂ ਕਹਿਤਾ ਤੇ ਨਾਮ ਦੇ ਦਿੱਤਾ ਤੇ ਕੰਮ ਖਤਮ, ਉਹ ਤਾਂ ਸਾਰਾ ਗ੍ਰੰਥ ਭਰਿਆ ਪਿਆ। ਇੱਕੋ ਪਿੱਛੇ ਦੀ ਲੋੜ ਨਹੀਂ। ਉਹ ਕਹਿੰਦਾ ਕਿ ਫਿਰ ਜੀ ਬਾਬਾ ਜੀ ਨਾਮ ਦੇਣਗੇ, ਕੰਨ ਚ ਫੂਕ ਮਾਰ ਕੇ ਦਾਦੇ ਲਈ ਵੀ ਤੈਨੂੰ ਨਾਮ ਦੇ ਦਿੱਤਾ। ਹੁਣ 5 ਅੱਖਰਾਂ ਦਾ ਨਾਮ ਦੇ ਦਿੱਤਾ। ਬਾਣੀ ਤੇ ਕਹਿੰਦੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਵਾਂ। ਕਿਤੇ ਲਿਖਿਆ ਬਾਣੀ ਚ, ਕਿਤੇ ਲਿਖਿਆ ਕਿ 5 ਅੱਖਰਾਂ ਦਾ ਨਾਮ ਦਿੱਤਾ ਜਾਊਗਾ? ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਜੋ, ਦੱਸੋ ਕਿੱਥੇ ਲਿਖਿਆ? ਕਿਸੇ ਬ੍ਰਹਮ ਗਿਆਨੀ ਨੇ ਸਟੇਟਮੈਂਟ ਦਿੱਤੀ ਹੈ ਨਿੱਜਰ ਸਾਹਿਬ? ਕੋਈ ਨਹੀਂ ਦਿੰਦਾ ਇਸ ਤਰ੍ਹਾਂ ਸਟੇਟਮੈਂਟ। ਪਰ ਲੋਕੀ ਤੇ ਵਿਸ਼ਵਾਸ ਕਰਦੇ ਨੇ। ਲੋਕੀ ਪੜ੍ਹਨਾ ਵੀ ਨਹੀਂ ਚਾਹੁੰਦੇ। ਪੜ੍ਹਨਾ ਚਾਹੁੰਦੇ ਆ ਪਰ ਉਹ ਮਾਰਗ ਔਖਾ ਹੈ, ਉੱਥੇ ਕੋਈ ਜਾਣਾ ਨਹੀਂ ਚਾਹੁੰਦਾ। ਪਰ ਬਾਣੀ ਚ ਨਹੀਂ ਲਿਖਿਆ। ਤੁਸੀਂ ਇੱਕ ਲਾਈਨ ਦੱਸੋ ਮੈਨੂੰ, ਕਿਤੇ ਲਿਖਿਆ ਕਿ ਤੁਸੀਂ ਏਦਾਂ ਪਾਠ ਕਰ ਲਓਗੇ
ਆ 15-20 ਦਿਨ ਤੇ ਤੁਹਾਡਾ ਮਸਲਾ ਹੱਲ ਹੋ ਜਾਊਗਾ, ਤੁਹਾਨੂੰ ਪ੍ਰਮਾਤਮਾ ਮਿਲ ਜਾਊਗਾ। ਕਿਤੇ ਲਿਖੀ ਇੱਕ ਲਾਈਨ ਚ ਸਾਹਿਬ ਆਪ ਤੇ ਜ਼ਿੰਦਗੀ ਭਰ। ਹਾਂ ਬਿਲਕੁਲ ਨਹੀਂ ਲਿਖਿਆ। ਨਾਮ ਤਾਂ ਜਿਹੜਾ ਹੈਗਾ ਗੋਰਖੀ ਸਾਹਿਬ ਆਪਣੇ ਅੰਦਰੋਂ ਪ੍ਰਗਟ ਹੋਣਾ ਹੈ ਭਾਈ। ਨਾਮ ਗੁਪਤ ਹੈਗਾ, ਉਹਨੇ ਪ੍ਰਗਟ ਹੋਣਾ ਹੈ ਬਸ। ਹਾਂ ਨਾਮ ਦੇਖੋ, ਨਾਮ ਦਾ ਮਤਲਬ ਇਹ ਕਿ ਤੁਹਾਡੀ ਚੇਤਨਾ, ਠੀਕ ਹੈ, ਤੁਹਾਡੀ ਚੇਤਨਾ ਜਿਹੜੀ ਆ ਉਹ ਜੜ ਦੇ ਨਾਲ ਜੁੜ ਗਈ। ਨਾਭ ਕਮਲ ਕਹਿੰਦੇ ਇਹਨੂੰ। ਨਾਭ ਦਾ ਕਮਲ ਮਤਲਬ ਸਾਡੀ ਨਾਭੀ ਚ ਇੱਕ ਕਮਲ ਆ, ਇਹ ਚੇਤਨਾ ਦਾ ਕਮਲ ਆ। ਔਰ ਜਦੋਂ ਅਸੀਂ ਘਟੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਦੇ ਹਾਂ, ਇਹ ਕਮਲ ਨੂੰ ਅਸੀਂ ਮੁੱਦਾ ਕਰ ਦਿੰਦੇ ਹਾਂ। ਹੁਣ ਤੁਸੀਂ ਬਾਜ਼ਾਰ ਜਾਓ, ਰੋਜ਼ ਦਿਹਾੜੀ ਕਿਲੋ ਮਿੱਟੀ ਮੂੰਹ ਤੇ ਮਲੀ ਜਾਓ, ਤੇ ਤੁਸੀਂ ਇੱਕ ਦਿਨ ਕੀ ਹੋਊਗਾ? ਤੁਹਾਡਾ ਸਾਰਾ ਕੁਝ ਮਤਲਬ ਤੁਹਾਡੀ ਜ਼ਿੰਦਗੀ ਜਿਹੜੀ ਉਹ ਡਾਊਨ ਹੀ ਹੋ ਜਾਏਗੀ। ਜਦੋਂ ਰੋਜ਼ ਹੀ ਆਪਾਂ ਮਾੜਾ ਕੰਮ ਕਰੀ ਜਾਵਾਂਗੇ, ਰੋਜ਼ ਮਾੜੇ ਕੰਮ ਕਰੀ ਜਾਂਦੇ ਆ, ਤੇ ਇੱਕ ਦਿਨ ਸਾਡਾ ਸਾਰਾ ਚਰਿੱਤਰ ਖਤਮ ਹੋ ਜਾਣਾ। ਲੋਕਾਂ ਨੇ ਕਹਿਣਾ ਇਹਦਾ ਤਾਂ ਕੰਮ ਹੀ ਇਹੋ। ਇਸੇ ਤਰ੍ਹਾਂ ਇਨਸਾਨ ਜਿਹੜਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਹ ਦੇ ਵਿੱਚ ਫਸ ਕੇ ਆਪਣੇ ਚੇਤਨਾ ਦੇ ਰੂਪੀ ਜਿਹੜਾ ਕਮਲ ਹੈ ਉਸਨੂੰ ਥੱਲੇ ਲੈ ਆਉਂਦਾ ਹੈ। ਬਹੁਤ ਘਟੀਆ। ਉਹਨੂੰ ਕੀ ਦਿਖਦਾ? ਉਹਨੂੰ ਇਹ ਦਿਖਦਾ ਹਾਂ, ਉਹਨੂੰ ਨਾ ਸਮਝ ਲਓ ਵੀ ਘੜਾ ਹੈਗਾ। ਹੁਣ ਕੋਈ ਵੀ ਬਰਤਨ ਹੈਗਾ, ਘੜਾ ਹੈਗਾ, ਉਹਨੂੰ ਮੁੱਦਾ ਮਾਰਿਆ ਹੋਇਆ ਬਸ। ਉਹਦੇ ਵਿੱਚ ਕੀ ਇੱਕ ਬੂੰਦ ਪੈ ਜਾਊਗੀ, ਭਾਵੇਂ ਜਿਹਦੇ ਜਿੰਨਾ ਮਰਜੀ ਉਹ ਜਿਹੜੀ ਮਰਜੀ ਟੂਟੀ ਦੇ ਥੱਲੇ ਰੱਖ ਲਓ ਉਹਨੂੰ। ਹਾਂ, ਤੇ ਉਹਨੂੰ ਵਿਚਾਰੇ ਨੂੰ ਨਹੀਂ ਦੇਖਣਾ। ਹਾਂਜੀ ਬਿਲਕੁਲ ਠੀਕ ਹੈ ਜੀ। ਤੇ ਹਾਂਜੀ ਠੀਕ ਹੈ ਜੀ। ਹੁਣ ਆਪਾਂ ਇਹ ਚੀਜ਼ ਹਾਂਜੀ, ਨਾਮ ਤੋਂ ਬਿਨਾਂ ਜਿਹੜਾ ਹੈ ਨਾ, ਇਹ ਜਿਹੜਾ ਭਵਸਾਗਰ ਆ, ਇੱਥੋਂ ਪਾਰ ਨਹੀਂ ਉਤਰਿਆ ਜਾ ਸਕਦਾ। ਨਾਮ ਕੋਈ ਸ਼ਬਦ ਨਹੀਂ, ਨਾਮ ਦਾ ਮਤਲਬ ਬਹੁਤ ਵੱਡਾ ਹੈ। ਤੁਸੀਂ ਕਿੱਦਾਂ ਜੀਵਨ ਬਤੀਤ ਕਰਦੇ ਹੋ, ਤੁਸੀਂ ਕਿੱਦਾਂ ਦੀ ਸੋਚ ਦੇ ਮਾਲਕ ਜੋ, ਤੁਸੀਂ ਸੰਸਾਰ ਨੂੰ ਦਿੱਤਾ ਕੀ, ਤੁਸੀਂ ਕੀਤਾ ਕੀ ਕੀਤਾ? ਜੇ ਤੁਸੀਂ ਆਪਣੇ ਲਈ ਖਾ ਪੀ ਲਿਆ, ਬੱਚਿਆਂ ਨੂੰ ਆਪਣੇ ਨੂੰ ਖਵਾ ਪੀ ਛੱਡਿਆ, ਤੇ ਇਹ ਮਨ ਚੋਂ ਵਰਕਾ ਪਾੜ ਦਿਓ ਕਿ ਤੁਸੀਂ ਜੀਵਨ ਦਾ ਪਰਪਸ ਜਿਹੜਾ ਕਰ ਲਿਆ ਪੂਰਾ। ਜੀਵਨ ਦਾ ਪਰਪਸ ਕੀ ਹੈ ਕਿ ਜਦੋਂ ਤੁਸੀਂ ਸੰਸਾਰ ਤੋਂ ਜਾਓ, ਤੁਸੀਂ ਇਹ ਧਰਤੀ ਨੂੰ ਕੀ ਦੇ ਕੇ ਗਏ ਹੋ, ਕੀ ਕੀਤਾ? ਇਹ ਨਾ ਸੋਚਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਾਲਤਾ ਤੇ ਬੜਾ ਵੱਡਾ ਕੰਮ ਕਰਤਾ। ਨਿੱਜਰ ਸਾਹਿਬ ਸੱਚ ਹੈਗਾ ਜੀ, ਬਿਲਕੁਲ। ਕੋਈ ਪੈਲੀਆਂ ਜੋੜਤੀਆਂ, ਮੈਂ ਕਰਤਾ ਨਾ। ਇਹ ਜਿਹੜਾ ਤੁਸੀਂ ਆਪਣੇ ਪਰਿਵਾਰ ਲਈ ਕਰਦੇ ਜੋ, ਇਹ ਤੇ ਮੋਹ ਆ। ਇਹ ਵੀ ਕਰਨਾ ਵਾ, ਮੈਂ ਨਹੀਂ ਕਹਿੰਦਾ ਨਹੀਂ ਕਰਨਾ, ਪਰ ਇਹ ਮੋਹ ਆ ਆਪਣੇ। ਪਰ ਮੈਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਮਿਲੇ, ਤੁਸੀਂ ਉਹਨਾਂ ਲਈ ਕੀ ਕੀਤਾ? ਮੈਂ ਕਹਿੰਦਾ ਕਰਨਾ ਤੇ ਨਹੀਂ, ਕਮ ਸੇ ਕਮ ਲੋਕਾਂ ਦਾ ਖੋਈਏ ਨਾ ਆਪਾਂ। ਠੀਕ ਹੈ ਜੀ ਸਾਹਿਬ? ਬਿਲਕੁਲ। ਆਪਾਂ ਜ਼ਿਆਦਾ ਤਾਂ ਨਹੀਂ ਮੈਂ ਕਹਿਣ ਦਿਆ, ਥੋੜਾ ਜਿਹਾ ਕਹਿ ਰਿਹਾ। ਅਸੀਂ ਨਹੀਂ ਕਰ ਸਕਦੇ ਕਿਸੇ ਲਈ, ਸਾਡੇ ਕੋਲ ਨਹੀਂ ਇੰਨੀ ਹਿੰਮਤ ਹੈਗੀ, ਪਰ ਕਮ ਸੇ ਕਮ ਦੂਸਰਿਆਂ ਦਾ ਹੱਕ ਤੇ ਨਾ ਖੋਲੀਏ। ਕਿਉਂਕਿ ਜਿਹੜਾ ਤੁਸੀਂ ਖੋਹ ਲੈਣਾ ਜਾਂ ਮੈਂ ਖੋਹ ਲੈਣਾ, ਉਹ ਵਧੀਆ ਨਹੀਂ ਹੈਗਾ। ਉਹ ਚੀਜ਼ ਨੇ ਉੱਥੇ ਬੈਠੀ ਰਹਿਣਾ ਹੈ, ਉਹਨੇ ਉੱਥੇ ਇਕੱਠੀ ਹੋ ਜਾਣਾ। ਤੁਸੀਂ ਜੋ ਵੀ ਕਰ ਲਿਆ, ਇੱਥੇ ਆਪਾਂ ਚੀਜ਼ ਨੂੰ ਸਮਝੀਏ। ਇਹ ਤੁਕ ਦੇ ਵਿੱਚ ਜਿਹੜਾ ਨਾਮ ਦਾ ਮਤਲਬ ਹੈ, ਮੈਂ ਕਾਫੀ ਵੱਡਾ ਕਰ ਦੇਵਾਂ। ਨਾਮ ਕੋਈ ਸ਼ਬਦ ਨਹੀਂ, ਨਾਮ ਸਾਡਾ ਜੀਵਨ ਹੈ। ਅਸੀਂ ਆਪਣੇ ਆਪ ਨੂੰ ਕਿੰਨਾ ਉੱਚਾ ਕੀਤਾ ਹੈ, ਅਸੀਂ ਉਸ ਪਰਮਾਤਮਾ ਦੇ ਨਾਲ ਕਿੰਨਾ ਕੁ ਰਿਲੇਸ਼ਨ ਬਣਾਇਆ। ਕਿ ਮੈਂ 84 ਤੋਂ ਮੁਕਤ ਹੋਇਆ ਜਾਂ ਨਹੀਂ ਹੋਇਆ? ਦੇਖੋ, ਜਿੰਨਾ ਚਿਰ ਤੱਕ ਕੋਈ ਜੀਵਦੇ ਜੀ ਮੁਕਤ ਨਾ ਹੋਏ, ਮਜ਼ਾ ਨਹੀਂ ਜਿਉਣਾ ਖੇਡ ਦਾ। ਕਿਉਂਕਿ ਪਰਮਾਤਮਾ ਦਾ ਨਾਮ ਜਪਣਾ, ਜਿੱਦਾਂ ਸੂਰਜ ਚੜ੍ਹਦਾ ਹੈ ਨਾ, ਆਪ ਸਮਝਦੇ ਜੋ ਇੱਕ ਸੂਰਜ ਚੜ੍ਹਦਾ ਹੈ, ਉਹਦੇ ਵਰਗਾ ਅਨੁਭਵ ਆ। ਕੋਈ ਗੱਲੀ ਨਹੀਂ ਮੈਂ ਗੱਲ ਕਰਦਾ, ਐੜੀਆਂ ਗੱਲੀ ਜੋਗ ਨਾ ਹੋਈ, ਬਾਣੀ ਕਹਿੰਦੀ ਆ ਗੱਲੀ ਜੋਗ ਨਾ ਹੋਈ। ਜਿੱਦਣ ਤੁਹਾਡੀ ਜ਼ਿੰਦਗੀ 'ਚ ਨਾਮ ਆਇਆ, ਚੇਤਨਾ ਪ੍ਰਗਟ ਹੋ ਗਈ, ਇੱਕਦਮ ਉੱਪਰ ਫੁੱਲ ਕੇ ਆ ਗਈ, ਤੁਹਾਡੇ ਮੱਥੇ ਦੇ ਉੱਤੇ ਵੇਖੋਗੇ ਤੁਹਾਡਾ ਕਰਾਊਨ ਚੱਕਰ ਐਕਟੀਵੇਟ ਹੋ ਜਾਣਾ। ਨਾਮ ਇੱਕ ਸੂਰਜ ਦੇ ਪ੍ਰਕਾਸ਼ ਵਾਂਗੂ ਤੁਹਾਡੇ ਜੀਵਨ 'ਚ ਪ੍ਰਗਟ ਹੋਊਗਾ। ਤੁਹਾਨੂੰ ਇੱਕ ਚੀਜ਼ ਤੁਹਾਨੂੰ ਕ੍ਰਿਸਟਲ ਕਲੀਅਰ ਦਿਖੂਗੀ। ਆਪ ਇਹ ਵੀ ਦੇਖੋਗੇ ਕਿ ਧਰਤੀ ਤੇ ਕੀੜੀ ਜਾਂਦੀ ਪਈ ਹੈ। ਆਪ ਜਸਟ ਮੇਰੀਆਂ ਗੱਲਾਂ ਸੁਣੋ। ਪਹਿਲੇ ਵਰਗਾ ਜੀਵਨ ਨਹੀਂ, ਪਹਿਲਾਂ ਤੇ ਕਿਤੇ ਵੇਖਿਆ ਹੀ ਨਹੀਂ, ਲੰਘ ਗਏ, ਪਰਵਾਹ ਹੀ ਨਹੀਂ ਕੀਤੀ। ਇੰਨੀ ਜ਼ਿਆਦਾ ਚੇਤਨਾ ਪ੍ਰਗਟ ਹੋ ਜਾਣੀ ਆ, ਤੁਹਾਨੂੰ ਕੀੜੀ ਦਿਖੀ ਨਾ ਤੇ ਤੁਸੀਂ ਉੱਤੇ ਪੈਰ ਨਹੀਂ ਰੱਖੋਗੇ।
ਬਹੁਤ ਚੇਤਨਾ, ਕਾਫੀ ਵੱਡੇ ਲੈਵਲ। ਪਰ ਨਾਮ ਸੂਰਜ ਵਾਂਗੂ ਪ੍ਰਗਟ ਹੋਊਗਾ, ਔਰ ਜਿੱਦਣ ਪ੍ਰਗਟ ਹੋਇਆ ਤੁਹਾਡੇ ਜ਼ਿੰਦਗੀ ਦੇ ਵਿੱਚ ਜਿਹੜਾ ਹਨੇਰਾ ਹੈ ਖਤਮ ਹੋ ਜਾਊਗਾ। ਇੱਕ ਇੱਕ ਚੀਜ਼ਾਂ ਜਿੱਦਾਂ ਜਦੋਂ ਪ੍ਰਕਾਸ਼ ਹੋ ਜਾਂਦਾ, ਲਾਈਟ ਜਾਗੀ ਆ ਤੇ ਮੈਨੂੰ ਦਿਖਦਾ ਪਿਆ ਸਾਰਾ ਕੁਝ। ਨਿੱਜਰ ਸਾਹਿਬ, ਬਿਲਕੁਲ ਹਨੇਰਾ ਸੀ ਤੇ ਨਹੀਂ ਦਿਖਦਾ ਸੀ, ਪਰ ਹੁਣ ਜਦੋਂ ਮੈਨੂੰ ਸਾਰਾ ਕੁਝ ਦਿਖਦਾ ਪਿਆ ਤੇ ਮੈਨੂੰ ਪਾਗਲ ਕੁੱਤੇ ਨੇ ਵੱਢਿਆ, ਮੈਂ ਚਾਕੂ ਤੇ ਪੈਰ ਰੱਖੂੰਗਾ। ਠੀਕ ਨਿੱਜਰ ਸਾਹਿਬ, ਬਿਲਕੁਲ। ਉੱਥੇ ਇੱਕ ਤਿੱਖੀ ਚੀਜ਼ ਪਈ ਆ, ਕਿੱਲ ਪਿਆ, ਮੈਂ ਉੱਥੇ ਪੈਰ ਰੱਖੂੰਗਾ? ਮੈਂ ਮਾੜੀ ਚੀਜ਼ ਖਾਊਂਗਾ? ਜਦੋਂ ਮੇਰੇ ਸਾਹਮਣੇ ਤੇ ਦੇਖਦਾ ਪਿਆ ਸਾਰਾ ਕੁਝ, ਔਰ ਮੇਰੇ ਕੋਲ ਗਿਆਨ ਹੋ ਗਿਆ। ਇਕੱਲਾ ਪ੍ਰਕਾਸ਼ ਨਹੀਂ ਜੋ ਪੈਦਾ ਹੋਇਆ, ਉਹਦੇ ਨਾਲ ਤੁਹਾਡੇ ਅੰਦਰ ਗਿਆਨ ਵੀ ਪੈਦਾ ਹੋਣਾ, ਔਰ ਗਿਆਨ ਬੜਾ ਜ਼ਰੂਰੀ ਹੈ। ਅੱਛਾ, ਇਸ ਚੀਜ਼ ਨੂੰ ਆਪਾਂ ਛੱਡਦੇ ਹਾਂ ਇੱਥੇ। ਕੋਈ ਟੌਪਿਕ ਬਹੁਤ ਵੱਡਾ ਹੈ, ਮੈਂ ਜਿੰਨਾ ਬੋਲੀ ਜਾਵਾਂ ਮੈਂ ਇਹਨੇ ਹੋਰ ਫੈਲਦੇ ਜਾਣਾ। ਮੇਰੀ ਲਿਮਟ ਆ, ਗਿਆਨ ਦੀ ਕੋਈ ਲਿਮਟ ਨਹੀਂ। ਅੱਛਾ, ਕਹਿੰਦੇ ਨਾਮ ਬਿਨਾ ਕੈਸੇ ਪਾਰ ਉਤਰੇ। ਨਾਮ ਕੋਈ ਸ਼ਬਦ ਨਹੀਂ ਜਿਹੜਾ ਇੱਕ ਬੰਦਾ ਦੂਜੇ ਦੇ ਕੰਨ 'ਚ ਵਾੜ ਦੇਵੇ। ਨਾਮ ਇੱਕ ਜੀਵਨ ਹੈ। ਜਦੋਂ ਤੁਸੀਂ ਭਗਤੀ ਕੀਤੀ ਔਰ ਤੁਹਾਡਾ ਜੀਵਨ ਆਪਣੇ ਆਪ ਹੀ ਉੱਚਾ ਹੋ ਜਾਣਾ, ਤੁਸੀਂ ਭਵ ਸਾਗਰ ਦੇ ਵਿੱਚੋਂ ਲੰਘ ਜਾਣਾ। ਜਿਹੜੀਆਂ ਰੱਸੀਆਂ ਬੱਧੀਆਂ ਨਾ ਕਿਸ਼ਤੀ ਦੇ ਨਾਲ, ਇਹ ਖੁੱਲ ਜਾਣੀਆਂ। ਜਿਹੜੇ ਪੱਥਰ ਕਿਸ਼ਤੀ ਦੇ ਵਿੱਚ ਪਏ ਤੁਸੀਂ ਚੁੱਕ ਕੇ ਆਪੇ ਬਾਹਰ ਸੁੱਟ ਦੇਣਾ। ਇਹ ਆਪਣੇ ਆਪ ਹੀ ਤੁਸੀਂ ਭਵ ਸਾਗਰ ਤੋਂ ਲੰਘ ਜਾਣਾ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ। ਅੱਛਾ, ਇਹ ਅਗਲੀ ਤੁਕ ਬੋਲਣੇ ਜੀ ਸਾਹਿਬ। ਕੁੰਭ ਬਿਨਾ ਜਲ ਨਾ ਟਿਕਾਵੈ। ਕਹਿੰਦੇ ਘੜੇ ਤੋਂ ਬਗੈਰ ਜਲ ਨੇ ਨਹੀਂ ਟਿਕਣਾ ਪਾਏ। ਹੁਣ ਮਨ ਜਿਹੜਾ ਖਿੰਡ ਰਿਹਾ ਆਪਣਾ, ਮਨ ਨੂੰ ਟੇਕਣ ਵਾਸਤੇ ਕੋਈ ਨਾ ਕੋਈ ਜਿਹੜੀ ਹੈਗੀ ਆ ਘੜੇ ਵਾਂਗੂ ਕੋਈ ਚੀਜ਼ ਚਾਹੀਦੀ ਆ। ਮਨ ਤਾਂ ਜਿਹੜਾ ਹੈਗਾ ਪਾਣੀ ਨਾਲੋਂ ਵੀ ਤੇਜ਼ ਹੈ ਭਾਈ। ਮਨ ਤਾਂ ਹਵਾ ਨਾਲੋਂ ਵੀ ਤੇਜ਼ੀ ਦੇ ਨਾਲ ਭੱਜਦਾ ਹੈ। ਇਹਨੂੰ ਟਿਕਾਉਣਾ ਆ। ਇਹ ਤਾਂ ਜਲ ਦਾ ਤਾਂ ਐਗਜ਼ਾਮਪਲ ਹੈਗਾ। ਸਾਧੂ ਬਿਨ ਕੈਸੇ ਅਵਗਤ ਜਾਵੈ। ਕਹਿੰਦੇ ਸਾਧੂ ਤੋਂ ਬਗੈਰ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਭਾਈ ਇਹ ਟਿਕ ਸਕਦਾ ਹੈ। ਬਗੈਰ ਬ੍ਰਹਮ ਗਿਆਨ ਤੋਂ ਨਹੀਂ ਟਿਕ ਸਕਦਾ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਜਿੱਦਾਂ ਆਪਾਂ ਪਾਣੀ ਨੂੰ ਇਕੱਠਾ ਕਰਨਾ ਚਾਹੁੰਦੇ, ਹੁਣ ਜਿਹੜਾ ਮਟਕਾ ਹੈਗਾ ਉਹ ਤੋਂ ਬਿਨਾਂ ਪਾਣੀ ਕਿੱਦਾਂ ਟਿਕੇਗਾ? ਮਟਕਾ ਚਾਹੀਦਾ। ਹੁਣ ਇੱਥੇ ਜਿਹੜੀ ਗੱਲ ਕਰਦੇ ਨਾ, ਸਾਧੂ ਬਿਨਾਂ ਐਸੇ ਅਵਗਤ ਜਾਵੇ। ਹੁਣ ਗਿਆਨ ਤੇ ਆਪਾਂ ਬਹੁਤ ਸੁਣਦੇ ਹਾਂ, ਪਰ ਗਿਆਨ ਨੂੰ ਜਿਹੜਾ ਇਕੱਠਾ ਕਰਕੇ ਤੁਹਾਡੇ ਅੰਦਰ ਸਟੋਰ ਕਰ ਦੇਣਾ, ਉਹਦੇ ਲਈ ਤੁਹਾਨੂੰ ਸੰਗਤ ਚਾਹੀਦੀ ਹੈ। ਇੱਥੇ ਸਾਧੂ ਦਾ ਮਤਲਬ ਕੋਈ ਇਹ ਨਹੀਂ ਕੋਈ ਚਮਤਕਾਰੀ ਬਾਬਾ, ਇਹ ਸੰਗਤ ਹੈ। ਬੈਠੇ ਕਿੱਥੇ ਜੋ ਨਹੀਂ, ਸੰਗਤ ਗੌਰ ਕੀਤਾ ਬ੍ਰਹਮ ਗਿਆਨੀ ਚਾਹੀਦੇ ਆ। ਬ੍ਰਹਮ ਗਿਆਨ ਚਾਹੀਦਾ ਹੈ। ਸੰਗਤ ਜਿਹੜੀ ਹੈਗੀ ਆ ਆਪਣੇ, ਹੁਣ ਮੇਰੇ ਵਰਗੇ ਮਾਤਰ ਤਾਤਰ ਜਿਹੜੇ ਆ, ਮੇਰੇ ਵਰਗਿਆਂ ਦੀ ਸੰਗਤ ਕੀ ਕਰੂਗੀ? ਬ੍ਰਹਮ ਗਿਆਨ ਚਾਹੀਦਾ ਹੈ ਭਾਈ। ਨਹੀਂ ਨਿੱਜਰ ਸਾਹਿਬ, ਹਾਂ ਨਿੱਜਰ ਸਾਹਿਬ, ਸੰਗਤ ਦੇਖੋ, ਸੰਗਤ ਦਾ ਮਤਲਬ ਇਹੋ ਹੀ ਆ ਕਿ ਜਿਹੜੀ ਕੋਈ ਵੀ ਸੰਗਤ ਆਪਾਂ ਕਰਦੇ ਹਾਂ ਜਿੱਥੇ ਸਾਨੂੰ ਸਾਡੇ ਤੋਂ ਵੱਧ ਗਿਆਨ ਪ੍ਰਾਪਤ ਹੁੰਦਾ ਵਾ, ਉਹ ਸੰਗਤ ਹੈ ਨਿੱਜਰ ਸਾਹਿਬ। ਉਹਦਾ ਕੋਈ ਵੀ ਰੂਪ ਹੋਵੇ, ਕਿਸੇ ਵੀ ਰੂਪ ਚ ਹੋਵੇ, ਜਦੋਂ ਆਪਾਂ ਸੰਗਤ ਕਰਦੇ ਹਾਂ ਜਿੱਥੇ ਆਪਾਂ ਨੂੰ ਜੀਵਨ ਦੇ ਬਾਰੇ ਗਿਆਨ ਪਤਾ ਲੱਗਦਾ, ਨਿੱਜਰ ਸਾਹਿਬ ਉਹੀ ਸੰਗਤ ਹੈ। ਹਾਂ, ਸੰਗਤ ਮਤਲਬ ਜਿਹੜੀ ਸਹੀ ਡਾਇਰੈਕਸ਼ਨ ਦੱਸ ਸਕਦੀ ਆ, ਉਹੀ ਸੰਗਤ ਆ। ਫਿਰ ਸਹੀ ਰਸਤਾ ਦੱਸ ਸਕਦੀ ਆ। ਹਾਂ, ਜਿਹੜੀ ਵੀ ਤੁਹਾਨੂੰ ਦੇਖੋ, ਜਿਹੜੀ ਤੁਹਾਨੂੰ ਮੁਕਤ ਕਰਦੀ ਉਹ ਸੰਗਤ ਆ, ਤੇ ਜਿਹੜੀ ਬੰਨ੍ਹਦੀ ਆ ਉਹ ਸੰਗਤ ਨਹੀਂ ਹੈ। ਜਿੱਥੋਂ ਵੀਰ ਜੀ, ਜਿੱਥੋਂ ਤੁਸੀਂ ਲੰਘ ਰਹੇ ਆ, ਅਸੀਂ ਜੇ ਉਹਦੇ ਇਸ਼ਾਰੇ ਕੋਈ ਦੱਸੇ ਕਿ ਵੀ ਹਾਂ ਏਦਾਂ ਤੈਨੂੰ ਚੱਲਣਾ ਪੈਣਾ, ਏਦਾਂ ਕਰਨਾ ਪੈਣਾ, ਉਹ ਸੰਗਤ ਹੈ ਜੀ। ਪਰ ਜੇ ਆਪ ਦੇ ਤੋਂ ਉੱਪਰਲੇ ਲੈਵਲ ਦਾ ਵਿੱਚ ਕੋਈ ਹੋਣਾ ਚਾਹੀਦਾ, ਗੁਰਮੁਖ ਜਿਹਨੂੰ ਕਹਿ ਲਓ, ਸੰਤ ਕਹਿ ਲਓ, ਸਾਧੂ ਕਹਿ ਲਓ, ਹਨਾ ਜੀ, ਕੁਛ ਵੀ ਜੋ ਬੂੰਦ ਸਾਗਰ ਚ ਹੈਗੀ ਹੈ। ਠੀਕ ਹੈ ਜੀ, ਬਿਲਕੁਲ ਸਹੀ। ਅੱਛਾ, ਇੱਥੇ ਆਪਾਂ ਚਲੋ ਇਸ ਤੁਕ ਨੂੰ ਆਪਾਂ ਇੱਥੇ ਸਮੇਟਦੇ ਹਾਂ। ਜਿੱਦਾਂ ਗਿਆਨ, ਉਹ ਕਹਿੰਦੇ ਨੇ ਕਿ ਪਾਣੀ ਗਿਆਨ ਤੋਂ ਬਿਨਾਂ ਨਹੀਂ ਇਕੱਠਾ ਹੁੰਦਾ, ਉਹਦੇ ਲਈ ਘੁਮਿਆਰ ਚਾਹੀਦਾ। ਘੁਮਿਆਰ ਫਿਰ ਬਰਤਨ ਤਿਆਰ ਕਰਦਾ, ਉਹ ਬਰਤਨ ਤੁਹਾਨੂੰ ਦਿੰਦਾ, ਤੁਸੀਂ ਨਹਿਰ ਚੋਂ ਭਰ ਕੇ ਤੇ ਉਹਨੂੰ ਜਿਹੜਾ ਜਾਲੇ ਨੂੰ ਸਾਂਭ ਕੇ ਰੱਖ ਸਕਦੇ, ਕਿਉਂਕਿ ਯੁਕਤੀ ਉਹ ਕੋਲ ਹੈਗੀ ਸੀ, ਉਹਨੇ ਮਟਕਾ ਤਿਆਰ ਕਰਤਾ। ਸੰਗਤ ਵੀ ਇਸੇ ਤਰ੍ਹਾਂ ਸਾਡੇ ਅੰਦਰ, ਸਾਡੇ ਮਨ ਰੂਪੀ ਜਿਹੜਾ ਮਟਕਾ ਹੈ ਉਹਨੂੰ ਬਣਾਉਣ ਚ ਸਾਡੀ ਮਦਦ ਕਰਦੀ ਹੈ। ਉਹ ਬ੍ਰਹਮ ਗਿਆਨੀ ਦੀ ਸੰਗਤ ਲਾ ਲਈਏ ਆਪਾਂ। ਬ੍ਰਹਮ ਗਿਆਨੀ ਕੀ ਸਮਝਾਉਂਦੇ ਆ ਕਿ ਸਾਡਾ ਮਨ ਜਿਹੜਾ ਨਾ ਬਿਖਰਿਆ ਪਿਆ, ਔਰ ਜਿੰਨਾ ਚਿਰ ਤੱਕ ਉਹ ਵੰਡਿਆ ਹੈ ਵਿਚਾਰਾਂ ਦੇ ਵਿੱਚ, ਉਹਨਾਂ ਚਿਰ ਤੱਕ ਸਮਝੋ ਹਜੇ ਮਟਕਾ ਤਿਆਰ ਨਹੀਂ ਹੋਇਆ। ਜਿੱਦਣ ਤੁਹਾਡਾ ਮਨ ਜਿਹੜਾ ਸ਼ਾਂਤ ਹੋ ਗਿਆ, ਸਮਝ ਲਓ ਮਟਕਾ ਤਿਆਰ ਹੋ। ਹੁਣ ਉਹ ਕੰਮ ਕਰਨ ਲਈ ਰੈਡੀ ਹੈ। ਦੇਖੋ ਪਤਾ ਕੀ ਹੈ, ਕੈਸਟ ਦੇ ਜਦੋਂ ਆਲਰੇਡੀ ਕੈਸਟ ਤੁਸੀਂ ਵਿੱਚ ਪਾਈ ਹੈ ਨਾ ਉਹਦੇ ਟੇਪ ਰਿਕਾਰਡ ਦੇ ਵਿੱਚ, ਤੇ ਵੱਜਣੀ ਪਹਿਲਾਂ ਉਹ ਆ। ਮਨ ਨੂੰ ਸ਼ਾਂਤ ਕਰਨ ਦਾ ਮਤਲਬ ਹੈ ਕਿ ਉਹਦੀ ਕੈਸਟ ਬਾਹਰ ਕੱਢ ਦਿਓ।
ਉਹਦੀ ਕੈਸਟ ਚੱਲਦੀ ਪਈ, ਇਹਨੂੰ ਬਾਹਰ ਕੱਢ ਦਿਓ। ਉਹਨੂੰ ਬਾਹਰ ਕੱਢਣ ਦਾ ਇੱਕੋ ਤਰੀਕਾ ਹੈਗਾ ਧਿਆਨ ਸਿਮਰਨ। ਇਹ ਮਟਕਾ ਜਿੱਦਾਂ ਚਿਰ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਪਾਣੀ ਨੂੰ ਨਹੀਂ ਸਾਂਭ ਕੇ ਰੱਖ ਸਕਦੇ। ਇਸੇ ਹੀ ਤਰ੍ਹਾਂ ਗੁਰਮੁਖਾਂ ਦੀ, ਬ੍ਰਹਮ ਗਿਆਨੀਆਂ ਦੀ ਆਪਾਂ ਸੰਗਤ ਕਰ ਰਹੇ ਹਾਂ। ਇਹ ਕੀ ਕਰ ਰਹੀ ਆ, ਇਹ ਸਾਡੇ ਅੰਦਰ ਜਿਹੜਾ ਭਰਮ ਆ, ਅਗਿਆਨ ਹੈ, ਜਿਹੜੀਆਂ ਗਲਤ ਕੈਸਟਾਂ ਚੱਲ ਰਹੀਆਂ ਨੇ ਉਹਨਾਂ ਨੂੰ ਬੰਦ ਕਰਨ 'ਚ ਸਾਡੀ ਮਦਦ ਕਰ। ਦੇਖੋ ਕੈਸਟ ਉਹਨਾਂ ਚਿਰ ਚੰਗੀ ਨਹੀਂ ਵੱਜੇਗੀ ਜਿੰਨਾ ਚਿਰ ਤੱਕ ਪੁਰਾਣੀ ਨਹੀਂ ਕੱਢਦੇ ਆਪਾਂ। ਹੁਣ ਪੁਰਾਣੀ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਆ, ਉਹ ਕੈਸਟਾਂ ਪਈਆਂ ਹੀ ਆ ਵਿੱਚ, ਉਹ ਚੱਲਦੀਆਂ। ਤੇ ਸੰਗਤ ਜਿਹੜੀ ਆਪਾਂ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ, ਇਹਦੇ ਵਿੱਚ ਸਾਨੂੰ ਗਿਆਨ ਮਿਲਦਾ ਹੈ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਪੁਰਾਣੀਆਂ ਕੈਸਟਾਂ ਵਾ ਉਹ ਧਿਆਨ ਸਿਮਰਨ ਕਰਕੇ ਬਾਹਰ ਕੱਢੀਆਂ ਜਾਣ। ਪਹਿਲੀ ਗੱਲ ਤੇ ਆਪਾਂ ਇਹ ਮੰਨੀਏ ਕਿ ਸਾਡੇ ਅੰਦਰ ਕੈਸਟ ਚੱਲਦੀ ਹੈ। ਨਿਜਾ ਸਾਹਿਬ ਬਿਲਕੁਲ, ਪਰ ਮੰਨਦਾ ਨਹੀਂ ਜੇ ਕੋਈ ਨਹੀਂ ਮੰਨਦਾ ਬੰਦਾ, ਬਹੁਤ ਖਤਰਨਾਕ ਹੈ ਬੰਦਾ, ਬਹੁਤ ਪੁਰਾਣਾ ਹੈ, ਬਹੁਤ ਚਲਾਕ ਹੈ। ਇਹ ਕਹਿੰਦਾ ਕਿ ਲੋਕਾਂ ਦੇ ਵਿੱਚ ਚੱਲਦੀਆਂ ਨੇ ਕੈਸਟਾਂ, ਮੇਰੇ ਵਿੱਚ ਕੋਈ ਕੈਸਟ ਨਹੀਂ ਏਦਾਂ ਦੀ ਚੱਲ। ਪਰ ਬਾਣੀ ਕਹਿੰਦੀ ਨਹੀਂ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ, ਤੇਰੀ ਕੈਸਟਾਂ ਚੱਲਦੀਆਂ ਨੇ। ਤੂੰ ਇਹ ਚੀਜ਼ ਨੂੰ ਮੰਨੇਗਾ ਤੇ ਇਲਾਜ ਵੀ ਹੋਊਗਾ। ਜਿੰਨਾ ਚਿਰ ਤੱਕ ਤੂੰ ਮੰਨਦਾ ਹੀ ਨਹੀਂ ਮੈਂ ਬਿਮਾਰ ਆ, ਤੇਰਾ ਇਲਾਜ ਕੌਣ ਕਰੂਗਾ? ਡਾਕਟਰ ਨੇ ਤੇਰੇ ਕੋਲ ਨਹੀਂ ਜਾਣਾ, ਤੈਨੂੰ ਡਾਕਟਰ ਕੋਲ ਜਾਣਾ ਪਊਗਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਕਲੀਨਿਕ 'ਚ ਵਿਜ਼ਿਟ ਕਰਨਾ ਪਊਗਾ, ਫਿਰ ਤੈਨੂੰ ਸਲਾਹ ਦਊਗਾ, ਫਿਰ ਤੂੰ ਤੰਦਰੁਸਤ ਹੋ ਜਾਏਗਾ। ਫਿਰ ਤੰਦਰੁਸਤ ਹੋਵੀਂ ਤੇ ਜਿੱਥੇ ਮਰਜ਼ੀ ਜਾਵੀਂ। ਫਿਰ ਡਾਕਟਰ ਦੇ ਨਾਲ ਤੇਰਾ ਕੋਈ ਕਨੈਕਸ਼ਨ ਨਹੀਂ, ਡਾਕਟਰ ਨੇ ਜਿਹੜਾ ਕੰਮ ਕਰਨਾ ਸੀ ਕਰਤਾ। ਬਿਲਕੁਲ, ਹੁਣ ਡਾਕਟਰ ਦਾ ਕਨੈਕਸ਼ਨ ਕੀ? ਹੁਣ ਆਪਾਂ ਜਾਂਦੇ ਜਦੋਂ ਬਿਮਾਰ ਹੋਈਦਾ, ਦਵਾਈ ਲਈਦੀ 2-4 ਦਿਨ, ਮੁੜ ਕੇ ਠੀਕ ਹੋ ਜਾਂਦੇ ਆ, ਮੁੜ ਕੇ ਆਪਾਂ ਭੁੱਲ ਜਾਂਦੇ ਡਾਕਟਰ ਨੂੰ। ਬਸ ਇੰਨਾ ਕਹਿ ਦੇਈਦਾ ਵਾ, ਜੇ ਕੋਈ ਮਿਲ ਜਾਂਦਾ ਵਾ ਬਈ ਮੈਂ ਦਵਾਈ ਖਾਧੀ ਮੈਂ ਠੀਕ ਹੋ ਗਿਆ, ਜੇ ਤੈਨੂੰ ਕੋਈ ਪ੍ਰੋਬਲਮ ਹੈਗੀ ਤਾਂ ਤੂੰ ਇੱਥੇ ਚੱਲ ਜਾ। ਸਹੀ ਹੈ, ਬਿਲਕੁਲ, ਇੰਨੀ ਗੱਲ ਹੈ। ਠੀਕ ਹੈ ਜੀ ਨਿਜਰ ਸਾਹਿਬ, ਅਗਲੀ ਤੁਕ ਬੋਲੋ ਜੀ। ਜਾਰੋਂ ਤਿਸੈ, ਜਾਰੋ ਨਹੀਂ ਹੈ ਜਾਰੋਂ, ਜਾਰੋਂ ਤਿਸੈ ਜੋ ਰਾਮ ਨਾ ਚੇਤੈ। ਕਹਿੰਦੇ ਇਹ ਜੇ ਮਨ ਨੂੰ ਕੀ ਕਰਨਾ ਹੈ ਮੈਂ, ਜਿਹੜਾ ਰਾਮ ਚੇਤਦਾ ਨਹੀਂ ਹੈ, ਜਿਹੜਾ ਭਗਤੀ ਨਹੀਂ ਕਰ ਰਿਹਾ। ਜਾਰੋਂ ਤਿਸੈ ਜੋ ਰਾਮ ਨਾ ਚੇਤੈ, ਕਹਿੰਦੇ ਮੈਂ ਸਾੜ ਦੇਵਾਂ ਇਹਨੂੰ, ਇਹਦਾ ਕੀ ਫਾਇਦਾ ਮੈਨੂੰ? ਇਹ ਜਿਹੜਾ ਭਗਤੀ ਨਹੀਂ ਕਰ ਰਿਹਾ, ਮੇਰਾ ਜੀਵਨ ਤਾਂ ਵਿਅਰਥ ਜਾ ਰਿਹਾ ਹੈ। ਇਸ ਮਨ ਦੇ ਮਨ ਜਿਹੜਾ ਹੈਗਾ ਮੈਨੂੰ ਲੈ ਕੇ ਜਾ ਰਿਹਾ ਹੈ। ਜਾਰੋਂ ਤਿਸੈ ਜੋ ਰਾਮ ਨਾ ਚੇਤੇ, ਕਹਿੰਦੇ ਉਹ ਕਾਰਨਸ਼ੀਲ ਨਸ਼ਟ ਕਰਦਾ ਮੈਂ। ਜਾਰੋਂ ਤਿਸੈ ਜੋ ਰਾਮ ਨਾ ਚੇਤੇ, ਤਨ ਮਨ ਰਮਤ ਰਹਿ ਮੈਂ ਖੇਤੈ ਰਾਹੋ। ਕਹਿੰਦੇ ਤਨ ਔਰ ਮਨ ਮੇਰਾ ਜਿਹੜਾ ਹੈਗਾ, ਸਰੀਰ ਮਿਲਿਆ ਹੈ ਮੈਨੂੰ, ਔਰ ਇਹ ਮਨ ਜਿਹੜਾ ਹੈਗਾ ਖੇਤ ਦੇ ਵਿੱਚ ਹੀ ਰਮਿਆ ਹੋਇਆ ਹੈ। ਇਹ ਭੋਗ ਵਿਲਾਸ ਇਹ ਪਦਾਰਥਾਂ ਦੇ ਵਿੱਚ ਹੀ ਲੱਗਿਆ ਹੋਇਆ ਹੈ ਭਾਈ, ਇਹਨੂੰ ਮੈਂ ਸਾੜ ਕਿਉਂ ਨਾ ਦੇਵਾਂ। ਰਹਾਓ, ਆਹ ਦੇਖੋ ਹੁਣ ਆਹ ਗਿਆਨ ਮਿਲ ਰਿਹਾ ਆਪਾਂ ਨੂੰ, ਆਹ ਸੰਗਤ ਮਿਲ ਰਹੀ ਹੈ ਆਪਾਂ ਨੂੰ, ਆਹ ਕਹਿ ਰਹੇ ਕਬੀਰ ਜੀ, ਆਹ ਨੁਕਤਾ ਦੇ ਰਹੇ ਭਾਈ। ਹਾਂਜੀ ਵੀਰ ਜੀ, ਹੁਣ ਇੱਥੇ ਸਾਨੂੰ ਉਹ ਸਮਝਾ ਰਹੇ ਨੇ ਕਿ ਜਿਹੜਾ ਮਨ ਆ, ਜੇਕਰ ਇਹਦੇ ਅੰਦਰ ਪਰਮਾਤਮਾ ਰੂਪੀ ਸ਼ਕਤੀ ਦਾ ਇੱਕ ਸ਼ਬਦ ਵੀ ਨਹੀਂ, ਕਹਿੰਦੇ ਕਿ ਇਹ ਮਨ ਕਿਸੇ ਕੰਮ ਦਾ ਨਹੀਂ ਜੇ, ਹਾਂ ਇਹਨੂੰ ਚੰਗਾ ਸੜ ਜੇ, ਇਹ ਮੱਚ ਜੇ, ਖਤਮ ਹੋ ਜੇ, ਚੰਗੀ ਚੀਜ਼ ਨਹੀਂ ਆ। ਆਪ ਜਸਟ ਨਜ਼ਰ ਮਾਰੋ ਆਪਣੇ ਜੀਵਨ। ਉਹ ਕਹਿੰਦੇ ਜੇ ਤੁਹਾਡੇ ਜੀਵਨ 'ਚ ਪਰਮਾਤਮਾ ਨਾਮ ਦੀ ਕੁਝ ਚੀਜ਼ ਨਹੀਂ ਆ, ਉਹ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਬ੍ਰਹਮ ਕਿੰਨੇ ਬਣਾਇਆ, ਇਹ ਕਿੱਥੋਂ ਆਇਆ ਸਾਰਾ ਕੁਝ, ਤੁਸੀਂ ਇਹ ਨਹੀਂ ਸੋਚਦੇ, ਤੁਸੀਂ ਨਹੀਂ ਵਿਚਾਰ ਕਰਦੇ, ਇਹ ਪੰਛੀ, ਇਹ ਹਵਾ, ਇਹ ਪਾਣੀ ਕੌਣ ਬਣਾ ਕੇ ਬੈਠਾ ਹੈ, ਇਹਦਾ ਕ੍ਰੀਏਟਰ ਕੌਣ ਹੈ? ਇੱਕ ਤੁਹਾਨੂੰ ਇੰਨਾ ਪਤਾ ਹੈ ਕਿ ਉਹ ਜਿਹੜਾ ਮਟਕਾ ਬਣਾਇਆ ਇਹ ਘੁਮਿਆਰ ਨੇ ਬਣਾਇਆ। ਤੁਹਾਨੂੰ ਇਹ ਪਤਾ ਹੈ ਕਾਰ ਬਣਾਈ ਹੈ ਤੇ ਕਿਹੜੀ ਕੰਪਨੀ ਨੇ ਬਣਾਈ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਸੰਸਾਰ ਕਿੰਨੇ ਬਣਾਇਆ। ਤੇ ਜੇ ਕਹਿੰਦੇ ਜੇ ਤੈਨੂੰ ਇੰਨਾ ਨਹੀਂ ਪਤਾ, ਤੂੰ ਚੰਗੀ ਚੀਜ਼ ਨਹੀਂ ਹੈ, ਬਹੁਤ ਮਾੜੀ, ਕਿਉਂਕਿ ਤੂੰ ਮੂਲ ਨੂੰ ਛੱਡ ਦਿੱਤਾ, ਤੂੰ ਮਾਇਆ ਦੇ ਵਿੱਚ ਘੁੰਮ ਰਿਹਾ। ਨਿਜਾ ਸਾਹਿਬ ਬਿਲਕੁਲ, ਕੱਲ ਵੀ ਕਹਿੰਦੇ ਸੀ ਮਾਇਆ ਦੇ ਵਿੱਚ ਹੀ ਜੀਵਨ ਜਾ ਰਿਹਾ ਫਿਰ ਤੇਰਾ। ਜੇ ਤੈਨੂੰ ਕਰਤਾ ਹੀ ਨਹੀਂ ਪਤਾ, ਤੈਨੂੰ ਮਟਕਾ ਦੇਖਦਾ, ਤੈਨੂੰ ਘੁਮਿਆਰ ਨਹੀਂ ਦਿਖਣ ਦਿਆ, ਇਹਦਾ ਮਤਲਬ ਕੁਛ ਗੜਬੜ ਹੈ। ਅਗਲੀ ਤੁਕ ਬੋਲੋ ਨਿਜਾ ਸਾਹਿਬ। ਰਹਾਓ, ਜੈਸੇ ਜਲ ਹਰ ਬਿਨਾ ਜਿਮੀ ਨਹੀਂ ਬੋਈ ਹੈ, ਸਾਰੀ ਹਲ ਹਰ ਬਿਨਾ, ਜਲ ਹਰ ਤਾਂ ਬੱਦਲ ਹੋ ਗਿਆ, ਹਲ ਹਰ ਜਿਹੜਾ ਹੈਗਾ ਕਿਸਾਨ ਹੋ ਗਿਆ। ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈ ਹੈ, ਕਹਿੰਦੇ ਜਿਸ ਤਰ੍ਹਾਂ ਜਿਹੜਾ ਹੈਗਾ ਕਿਸਾਨ ਤੋਂ ਬਗੈਰ ਜਿਹੜਾ ਹੈਗਾ ਜ਼ਮੀਨ ਨਹੀਂ ਬੋਈ ਜਾ ਸਕਦੀ, ਸੂਤ ਬਿਨਾ ਕੈਸੇ ਮਣੀ ਪਰੋਈਏ। ਕਹਿੰਦੇ ਸੂਤ ਤੋਂ ਬਗੈਰ ਜਿਹੜਾ ਹੈਗਾ ਮਣੀਆਂ ਕਿਵੇਂ ਪਰੋ ਲਾਂਗੇ ਆਪਾਂ ਭਾਈ। ਕੁੰਡੀ ਬਿਨ ਕਿਆ ਗੰਠ ਚੜਾਈਏ, ਕਹਿੰਦੇ ਕੁੰਡੀ ਨਹੀਂ ਮਾਰਾਂਗੇ ਤੇ ਗੱਠ ਕਾਹਦੀ ਬਣ ਜੂਗੀ ਭਾਈ।
ਗੱਠ ਕਿਵੇਂ ਲੱਗ ਜੂਗੀ ਜੇ ਕੁੰਡੀ ਮਾਰ ਕੇ ਜਿਹੜਾ ਹੈਗਾ ਉਹਨੂੰ ਮਰੋੜੀ ਦੇ ਕੇ ਗੱਠ ਨਹੀਂ ਮਾਰਾਂ, ਗੱਠ ਲੱਗ ਹੀ ਨਹੀਂ ਸਕਦੀ ਜੇ ਉਹ ਕੁੰਡੀ ਨਹੀਂ ਉਹਨੂੰ ਮਰੋੜਾਂਗੇ ਨਹੀਂ ਤੇ। ਸਾਧੂ ਬਿਨ ਤੈਸੇ ਅਵਗਤ ਜਾਈਏ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ, ਸਾਧੂ ਤੋਂ ਬਗੈਰ, ਗੁਰੂ ਦੀ ਮੱਤ ਗੁਰਮਤ ਤੋਂ ਬਗੈਰ ਅਵਗਤ ਕਹਿੰਦੇ ਆ ਜਿਹੜੇ ਹੈਗੇ ਵਿਅਰਥ ਹੀ ਮਨੁੱਖੀ ਜੂਨ ਚਲੀ ਜਾਏਗੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਜੇ ਸੰਗਤ ਹੀ ਨਹੀਂ ਕੀਤੀ, ਸੰਗਤ ਦਾ ਮਤਲਬ ਕੀ ਹੈ? ਮਨ 'ਚ ਇੱਛਾ ਤੇ ਸੰਗਤ ਦੇ ਵਿੱਚ ਹੀ ਪ੍ਰਗਟ ਹੋਣੀ। ਉਦਾਂ ਤੇ ਸਾਡੇ ਮਨ 'ਚ ਸੁਪਨਾ ਕਿੱਥੋਂ ਆਊਗਾ ਕਿ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣਾ? ਪਹਿਲਾਂ ਤੇ ਆਪਾਂ ਗੱਲ ਸੁਣਦੇ ਹਾਂ ਨਾ ਨਿੱਜਰ ਸਾਹਿਬ, ਸੁਣ ਕੇ ਫਿਰ ਬਾਣੀ ਦੇ ਵਿੱਚ ਲਿਖਿਆ ਹੈ, ਗੱਲਾਂ ਆਪਾਂ ਪੜ੍ਹਦੇ ਹਾਂ। ਬਾਣੀ ਤੇ ਵੈਸੇ ਸਾਰੀ ਜ਼ਿੰਦਗੀ ਆਪਾਂ ਪੜ੍ਹਦੇ ਰਹੇ ਹਾਂ। ਆ ਬਾਣੀ ਕੀ ਕਹਿ ਰਹੀ ਹੈ ਉਹ ਮਤਲਬ ਤੇ ਹੁਣ ਸਮਝ ਆ ਰਿਹਾ। ਬਿਲਕੁਲ। ਬਾਣੀ ਤੇ ਕਹਿੰਦੀ ਆ, ਬਾਣੀ ਕਹਿੰਦੀ ਕਿ ਜਿੰਨਾ ਚਿਰ ਤੂੰ ਗੰਢ ਨਹੀਂ ਮਾਰੇਗਾ ਗੰਢ ਕਿੱਦਾਂ ਵੱਜੂ, ਗੰਢ ਕਿੱਦਾਂ ਵੱਜੂ। ਤੂੰ ਉੱਥੇ ਕਹਿੰਦੇ ਨੇ ਕਿ ਤੂੰ ਸੰਗਤ ਨਹੀਂ ਕਰੇਗਾ ਉਹਨਾਂ ਬ੍ਰਹਮ ਗਿਆਨੀਆਂ ਦੀ ਜਾਂ ਉਹਨਾਂ ਗੁਰਮੁਖਾਂ ਦੀ, ਤੇ ਫਿਰ ਤੈਨੂੰ ਤੇਰੇ ਜੀਵਨ 'ਚ ਫਿਰ ਉਚਾਈ ਕਿੱਥੋਂ ਆਊਗੀ? ਬਿਲਕੁਲ। ਫਿਰ ਤੂੰ ਜਿੱਥੇ ਬੈਠਾ ਰਹਿ, ਫਿਰ ਤੇ ਕੋਈ ਗੱਲ ਹੀ ਨਹੀਂ। ਫਿਰ ਉਹ ਤੇ ਤੇਰਾ ਚੱਲ ਨਹੀਂ ਗਿਆ। ਪਰ ਤੈਨੂੰ ਕੌਣ ਦੱਸਣ ਵਾਲਾ ਹੋਵੇ, ਤੈਨੂੰ ਕੌਣ ਦੱਸੇ ਕਿ ਜੋ ਤੂੰ ਕਰ ਰਿਹਾ ਸਹੀ ਨਹੀਂ ਆ? ਉਹ ਸੰਗਤ 'ਚ ਤੈਨੂੰ ਪਤਾ ਲੱਗਣਾ। ਹਾਂ, ਕਹਿੰਦੇ ਸੰਗਤ ਨੇ ਤੇਰਾ ਨਕਲੀ ਗਿਆਨ ਵੀ ਖੋਲਣਾ। ਹਾਂਜੀ, ਉਹ ਕਹਿੰਦੇ ਸਾਧੂ ਬਿਨ ਤੈਸੇ ਅਵਗਤ ਜਾਈਏ। ਕਹਿੰਦੇ ਤੈਨੂੰ ਅਵਗਤ ਕਹਿੰਦੇ ਆ ਕਿ ਵੀ ਮੈਨੂੰ ਪਤਾ ਨਹੀਂ ਹੈ ਭਾਈ। ਉਹ ਪੁੱਛਦਾ ਹੈ ਭਾਈ ਉਹ फलाना कार कितने, कहते मैं अवगत नहीं है, मेरे को अवगत नहीं है, मैं नहीं जानता, मैं अवगत नहीं हूँ उससे, मेरे को नहीं पता। अवगत का मतलब है भाई बगैर अनजान ही चले जाएगा, तेनों पता ही नहीं लगूगा भी दुनिया च काहदे वास्ते आना सीगा, की करना सीगा दुनिया च। इस तरह ही आया, इस तरह ही चला गया, बगैर जिहड़ा हैगा जानकारी पता ही नहीं है, ज्ञान है ही नहीं है भी मनुखी शरीर क्यों पाया सीगा। हाँ जी वीर जी। ਬਿਲਕੁਲ ਠੀਕ ਹੈ ਜੀ। ਗਾਈਡ ਤੋਂ ਬਿਨਾਂ ਕਹਿੰਦੇ ਰਾਹ 'ਚ ਹੀ ਰਹਿ ਜਾਣਾ। ਹਾਂ, ਤੁਹਾਨੂੰ ਪਤਾ ਵੀ ਨਹੀਂ। ਆਪਣੇ ਕੋਲੋਂ ਤੂੰ ਨਕਸ਼ਾ ਬਣਾ ਲੈਣਾ ਵਾ, ਆਪਣੇ ਕੋਲੋਂ ਮੰਜ਼ਿਲ ਬਣਾ ਕੇ। ਠੀਕ ਹੈ ਜੀ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ ਜੀ। ਅੱਗੇ ਫਿਰ ਐਗਜ਼ਾਮਪਲ ਦੇ ਰਿਹਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਕਹਿੰਦੇ ਮਾਂ ਪਿਓ ਤੋਂ ਬਗੈਰ ਬੱਚਾ ਨਹੀਂ ਹੋ ਸਕਦਾ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ। ਬਿੰਬ ਕਹਿੰਦੇ ਪਾਣੀ ਤੋਂ ਬਗੈਰ ਕਹਿੰਦੇ ਕੱਪੜੇ ਕਿਵੇਂ ਧੋ ਲਓਗੇ। ਹੁਣ ਜਿਨ੍ਹਾਂ ਨੇ ਨਾ ਜਿਹੜਾ ਉਹ ਟੁੱਚਰ ਡਾਉਣੀ ਆ ਨਾ, ਉਹਨਾਂ ਨੇ ਕਹਿਣਾ ਜੀ ਡਰਾਈ ਕਲੀਨ ਕਰਾ ਲਾਂਗੇ। ਟੁੱਚਰ ਡਾਉਣ ਵਾਲੇ ਵੀ ਮਿਲ ਜਾਣਗੇ ਆਪਾਂ ਨੂੰ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਘੋਰ ਬਿਨਾ ਕੈਸੇ ਅਸਵਾਰ। ਕਹਿੰਦੇ ਘੋੜੇ ਤੋਂ ਬਗੈਰ ਜਿਹੜਾ ਹੈਗਾ ਘੋੜ ਸਵਾਰ ਕੈਸਾ ਘੋੜ ਸਵਾਰ ਹੈ, ਘੋੜਾ ਹੀ ਨਹੀਂ ਹੈਗਾ। ਸਾਧੂ ਬਿਨ ਨਾ ਹੀ ਦਰਬਾਰ। ਇਸੇ ਤਰੀਕੇ ਦੇ ਬਗੈਰ, ਇਸੇ ਤਰ੍ਹਾਂ ਸਾਧੂ ਤੋਂ ਬਗੈਰ, ਗੁਰੂ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ। ਹਾਂਜੀ ਵੀਰ ਜੀ। ਠੀਕ ਹੈ ਜੀ। ਫਿਰ ਉਹ ਕਹਿ ਰਹੇ ਨੇ ਜੈਸੇ ਮਾਤ ਪਿਤਾ, ਕਹਿੰਦੇ ਮਾਂ ਪਿਓ ਤੋਂ ਬਿਨਾਂ ਬੱਚਾ ਕਿੱਥੋਂ ਆਊਗਾ। ਔਰਤ ਤੇ ਮਰਦ ਦਾ ਹੋਣਾ ਜ਼ਰੂਰੀ ਹੈ। ਤੇ ਪਾਣੀ ਤੋਂ ਬਿਨਾਂ ਕਹਿੰਦੇ ਕੱਪੜੇ ਕਿੱਦਾਂ ਧੋਣੇ ਆ। ਕਹਿੰਦਾ ਘੋਰ ਬਿਨਾਂ ਕੈਸੇ ਅਸਵਾਰ। ਜਦੋਂ ਘੋੜਾ ਹੀ ਨਹੀਂ ਹੈਗਾ ਤੇ ਅਸਵਾਰ ਤੁਸੀਂ ਕਾਹਦਾ ਬਣਨਾ? ਘੋੜ ਸਵਾਰ ਬਣਨ ਲਈ ਘੋੜਾ ਵੀ ਤਾਂ ਚਾਹੀਦਾ ਨਾ। ਘੋੜਾ ਤੁਹਾਡੇ ਕੋਲ ਹੈ ਨਹੀਂ, ਤੁਸੀਂ ਕਹੋ ਮੈਂ ਘੋੜ ਸਵਾਰ ਬਣੇ। ਉਹ ਕਿੰਨੀਆਂ ਚੀਜ਼ਾਂ। ਕਹਿੰਦੇ ਸਾਧੂ ਬਿਨਾਂ ਨਾ ਹੀ ਦਰਬਾਰ, ਨਾ ਹੀ ਦਰਬਾਰ। ਤੇ ਉਹ ਕਹਿੰਦੇ ਕਿ ਗਿਆਨ ਜਿਹੜੇ ਹੈਗੇ ਉਹ ਬ੍ਰਹਮ ਗਿਆਨੀਆਂ ਤੋਂ ਬਿਨਾਂ ਕਹਿੰਦੇ ਆ ਉਹਨਾਂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਲਕੁਲ ਨਹੀਂ। ਤੁਹਾਨੂੰ ਉਹਨਾਂ ਦੀ ਸੰਗਤ ਕਰਨੀ ਪੈਣੀ। ਕਿਉਂਕਿ ਕਿੱਦਾਂ ਪਤਾ ਲੱਗੂਗਾ? ਉਹ ਤੇ ਆਤਮਾ ਤੱਤ ਆ। ਆਤਮਾ ਤੱਤ ਵੀ ਤੇ ਕਿਤਾਬਾਂ 'ਚ ਕਿੱਥੋਂ ਜਾਣ ਲਓਗੇ ਤੁਸੀਂ? ਕਿਉਂਕਿ ਕਿਤਾਬਾਂ 'ਚ ਤੇ ਸਵਾਦ ਲਿਖਿਆ, ਅੰਬ ਬੜਾ ਸਵਾਦ ਆ, ਤੇ ਹੁਣ ਪੜ੍ਹ ਲਓ। ਬਿਲਕੁਲ। ਹੁਣ ਅੰਬ ਹੈ ਕਿੱਥੇ ਆ? ਉਹ ਤੇ ਬਈ ਉਹ ਤੇ ਅੰਬ ਜਿਹਨੂੰ ਗਿਆਨ ਹੈ ਅੰਬ ਦਾ, ਉਹ ਦੱਸੋ ਵੀ ਫਲਾਣੇ ਰੁੱਖ ਨਾਲ ਲੱਗਾ, ਜਾ ਕੇ ਤੋੜ ਕੇ ਖਾ ਲਓ। ਤੇ ਜੇ ਆਪਾਂ ਸੋਚੀਏ ਕਿਤਾਬਾਂ 'ਚ ਲਿਖਿਆ ਅੰਬ ਬੜਾ ਮਿੱਠਾ, ਤੇ ਮੈਂ ਪੜ੍ਹ ਕੇ ਉੱਥੇ ਬਹਿ ਗਿਆ ਸ਼ਾਂਤੀ ਨਾਲ ਕਿ ਅੰਬ ਬੜਾ ਮਿੱਠਾ ਹੁੰਦਾ, ਤੇ ਕੀ ਇਹ ਪੜ੍ਹਨ ਦੇ ਨਾਲ ਮੇਰੇ ਜੀਵਨ 'ਚ ਕੋਈ ਉਚਾਈ ਆਊਗੀ? ਨਾ। ਉਚਾਈ ਤੇ ਮੇਰੇ 'ਚ ਉਦੋਂ ਆਉਣੀ ਆ ਜਦੋਂ ਮੈਂ ਅੰਬ ਨੂੰ ਖਾਊਂਗਾ। ਹੁਣ ਪ੍ਰਮਾਤਮਾ ਦੀਆਂ ਗੱਲਾਂ ਆਪਾਂ ਸੁਣਦੇ ਹਾਂ, ਸਾਰੀ ਜ਼ਿੰਦਗੀ ਲੰਘ ਗਈ ਆ, ਦੁਨੀਆ ਭਰ ਦੇ ਟੀਵੀ ਤੇ ਚੈਨਲ ਪਤਾ ਨਹੀਂ ਕੀ ਕੁਝ ਲਿਖ ਛੱਡਿਆ, ਪਰ ਕੀ ਪ੍ਰਮਾਤਮਾ ਇਹਨਾਂ ਗੱਲਾਂ ਦੇ ਵਿੱਚ ਹੀ ਰਹਿ ਜਾਂਦਾ? ਉੱਥੇ ਗਏ ਆਪਾਂ, ਜਾ ਕੇ ਨਗਰ ਕੀਰਤਨ ਕੱਢਤਾ ਜੀ, ਉੱਥੇ ਪ੍ਰਸ਼ਾਦ ਵੰਡਤਾ ਹੈ, ਉੱਥੇ ਝਾੜੂ ਮਾਰ ਆਏ ਆ,
ਪਾਠ ਵੀ ਕਰ ਲਿਆ, ਪਰ ਏਦਾਂ ਤੇ ਉਹ ਪਰਮਾਤਮਾ ਕਿੱਥੋਂ ਮਿਲੂਗਾ ਸਾਨੂੰ? ਪਰਮਾਤਮਾ ਤੇ ਤੁਹਾਨੂੰ ਉਦੋਂ ਹੀ ਮਿਲਣਾ ਹੈ ਜਦੋਂ ਤੁਸੀਂ ਨਿਰਵਿਚਾਰ ਹੋ ਕੇ ਸ਼ਾਂਤ ਹੋ ਕੇ ਬਹਿ ਗਏ। ਹੋਰ ਕਿਤੇ ਪਰਮਾਤਮਾ ਨਹੀਂ ਹੈਗਾ। ਇਸ ਲਈ ਤੇ ਬਾਣੀ ਕਹਿੰਦੀ ਕਿ ਪਰਮਾਤਮਾ ਤੇਰੇ ਅੰਦਰ ਹੀ। ਕਹਿੰਦੇ ਪਰਮਾਤਮਾ ਤੇਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਪਰਮਾਤਮਾ ਦਾ ਮਤਲਬ ਜਿੱਦਾਂ ਤੁਹਾਡੇ ਜੀਵਨ 'ਚ ਉਚਾਈ ਆ ਗਈ, ਮੈਲ ਦੂਰ ਹੋਣੀ ਸ਼ੁਰੂ ਹੋ ਗਈ, ਸਮਝ ਲਓ ਤੁਸੀਂ ਪਰਮਾਤਮਾ ਦੇ ਕਰੀਬ ਜਾ ਰਹੇ ਜੋ। ਜੇਕਰ ਚੰਗਿਆਈ ਤੁਹਾਡੇ ਤੋਂ ਦੂਰ ਜਾ ਰਹੀ ਹੈ, ਬੁਰਾਈ ਤੁਹਾਡੇ ਅੰਦਰ ਆ ਰਹੀ ਹੈ, ਈਰਖਾ ਤੁਹਾਡੇ ਅੰਦਰ ਵੱਧ ਰਹੀ ਆ, ਕਾਮ ਵੱਧ ਰਿਹਾ, ਕ੍ਰੋਧ ਵੱਧ ਰਿਹਾ, ਲੋਭ ਵੱਧ ਰਿਹਾ, ਮੋਹ ਵੱਧ ਰਿਹਾ, ਹੰਕਾਰ ਵੱਧ ਰਿਹਾ, ਸਮਝ ਲਓ ਤੁਸੀਂ ਪਰਮਾਤਮਾ ਤੋਂ ਦੂਰ ਜਾ ਰਹੇ ਜੋ। ਮਿੱਤਰ ਸਾਹਿਬ ਬਿਲਕੁਲ ਇਹ ਸਿੰਪਲ ਹੀ ਹੈ। ਇਹ ਕਿੱਡਾ ਵੱਡਾ ਥਰਮਾਮੀਟਰ ਹੈ, ਬਾਣੀ 'ਚ ਤੇ ਲਿਖਿਆ ਉਹਨਾਂ ਨੇ। ਇਹ ਥਰਮਾਮੀਟਰ ਦਿੱਤਾ ਵਾ ਸਾਨੂੰ ਕਿ ਸਾਡੇ ਜੀਵਨ 'ਚ ਕਿਹੜੀ ਚੀਜ਼ ਵੱਧੇ ਤੇ ਕਿਹੜੀ ਚੀਜ਼ ਘੱਟੇ ਆ। ਜੇਕਰ ਵਧਣ ਦੀਆਂ ਚੀਜ਼ਾਂ ਤਾਂ ਸਮਝ ਲਓ ਅਸੀਂ ਦੂਰ ਜਾ ਰਹੇ ਹਾਂ, ਲਾਗੇ ਨਹੀਂ ਆ ਰਹੇ। ਹਾਂਜੀ ਨਜਰ ਸਾਹਿਬ ਅਗਲੀ ਤੁਕ ਬੋਲੋ। ਹਾਂ ਅੱਗੇ ਹੈਗਾ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ। ਕਹਿੰਦੇ ਬਾਜੇ ਤੋਂ ਬਗੈਰ ਕੋਈ ਜਿਹੜਾ ਨਾਚ ਕਰ ਸਕਦਾ ਹੈ? ਕੋਈ ਫੇਰੀ ਨਾਚ ਕਰਦੇ, ਫੇਰੀ ਲੈਂਦੇ। ਕਹਿੰਦੇ ਬਾਜੇ ਤੋਂ ਬਗੈਰ ਕੋਈ ਹੈ? ਤਾਲ ਤੋਂ ਬਗੈਰ ਕਿਵੇਂ ਨਾਚ ਕਰੂਗਾ ਭਾਈ? ਖਸਮੇ ਦੁਹਾਗਣੇ ਤਜ ਔਹੇਰੀ। ਉਹ ਖਸਮ ਨੇ ਦੁਹਾਗਣ, ਖਸਮ ਦੀ ਦੁਹਾਗਣ ਹੈਗੀ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਉਹ ਜਿਹੜੀ ਹੈਗੀ ਛੱਡ ਦਿੱਤੀ ਹੈ, ਤਜ ਦਿੱਤੀ ਹੈ। ਔਹੇਰੀ ਕਹਿੰਦੇ ਪਰੇ ਹੋ ਗਈ ਹੈ। ਖਸਮ ਤੋਂ ਦੁਹਾਗਣ ਹੋ ਗਈ ਤੇ ਮਾਲਕ ਜਿਹੜਾ ਨਹੀਂ ਧਿਆਨ ਦੇ ਰਿਹਾ। ਕਹੇ ਕਬੀਰ ਏਕੈ ਕਰ ਕਰਨਾ। ਕਬੀਰ ਜੀ ਹੁਣ ਆਖਰੀ ਨੁਕਤਾ ਦੇ ਰਿਹਾ ਭਾਈ। ਇਹ ਗਿਆਨ ਦਾ ਜਿਹੜਾ ਉਹਨੂੰ ਜਿਹੜਾ ਹੈਗਾ ਸਾਰ ਦੱਸ ਰਿਹਾ। ਕਹੇ ਕਬੀਰ ਏਕੈ ਕਰ ਕਰਨਾ, ਇੱਕੋ ਹੀ ਕੰਮ ਕਰਨ ਵਾਲਾ ਹੈਗਾ ਭਾਈ। ਕਹੇ ਕਬੀਰ ਏਕੈ ਕਰ ਕਰਨਾ। ਬਸ ਆਹ ਨੁਕਤਾ ਲੈ ਲਾ ਪਿਆਰਿਆ। ਗੁਰਮੁਖ ਹੋਏ ਬੌਹਰ ਨਹੀਂ ਮਰਨਾ। ਗੁਰਮੁਖ ਹੋਏ ਬੌਹਰ ਨਹੀਂ ਮਰਨਾ। ਕਹਿੰਦੇ ਦੇਖ ਲਾ ਪਿਆਰਿਆ, ਜੇ ਤੂੰ ਹੁਣ ਗੁਰਮੁਖ ਹੋਏ, ਗੁਰਮੁਖ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਗੁਰਮੁਖ ਦਾ ਮਤਲਬ ਹੈਗਾ ਬਈ ਜੇ ਤੂੰ ਬ੍ਰਹਮ ਗਿਆਨ ਲੈ ਲਿਆ, ਗੁਰੂ ਜੋ ਕਹਿ ਰਿਹਾ ਆ, ਗੁਰੂ ਦੇ ਮੁਖ ਤੋਂ ਜੇ ਜੋ ਗਿਆਨ ਆ ਰਿਹਾ ਆ, ਜੇ ਤੂੰ ਗੁਰੂ ਦੇ ਮੁਖ ਤੋਂ ਗੁਰੂ ਜੋ ਗਿਆਨ ਆ ਰਿਹਾ ਉਸ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲਿਆ ਤੇ ਫਿਰ ਦੁਬਾਰਾ ਜਿਹੜਾ ਹੈਗਾ ਤੂੰ ਜਨਮ ਮਰਨ ਦੇ ਗੇੜ 'ਚ ਨਹੀਂ ਆਏਗਾ। ਦੁਬਾਰਾ ਜਿਹੜਾ ਹੈਗਾ ਤੈਨੂੰ ਇਹ ਸਰੀਰ ਲੈਣ ਦੀ ਲੋੜ ਨਹੀਂ ਪਏਗੀ। ਗੁਰਮੁਖ ਹੋਏ ਬੌਹਰ ਨਹੀਂ ਮਰਨਾ। ਫਿਰ ਜਿਹੜਾ ਹੈਗਾ ਤੂੰ ਨਹੀਂ ਮਰੇਗਾ, ਨਹੀਂ ਤਾਂ ਫਿਰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਫਿਰ ਇਹ ਪਹੀਏ ਦੇ ਨਾਲ ਹੀ ਘੁੰਮਦਾ ਰਹੇਗਾ ਤੇ ਤੁਰੇ ਤੇ ਨਹੀਂ ਪਹੁੰਚ ਪਾਏਗਾ। ਹਾਂਜੀ ਵੀਰ ਜੀ। ਇਹਦਾ ਮਤਲਬ ਜਦੋਂ ਮਨਮੁਖ ਤੋਂ ਗੁਰਮੁਖ ਦੀ ਤੇਰੀ ਅਵਸਥਾ ਬਣ ਗਈ ਉਸ ਟਾਈਮ ਤੋਂ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਜਦੋਂ ਗਿਆਨ ਹੋ ਗਿਆ, ਚੰਗੇ ਬੁਰੇ ਦਾ ਪਤਾ ਲੱਗ ਗਿਆ, ਆਪਣੇ ਅੰਦਰੋਂ ਪਤਾ ਲੱਗ ਗਿਆ ਤੇ ਫਿਰ ਭਵ ਸਾਗਰ ਤੋਂ ਪਾਰ ਹੀ ਹੈ ਬੰਦਾ। ਫਿਰ ਤੇ ਕੋਈ ਮੁਸ਼ਕਲ ਹੀ ਨਹੀਂ, ਕਿਉਂਕਿ ਜਿਹਨੇ ਕਰਮ ਨਹੀਂ ਕੀਤਾ, ਅਕਰਮ ਅਵਸਥਾ 'ਚ ਬੰਦਾ ਚਲ ਗਿਆ, ਉਹਦਾ ਕੀ ਕਹਿਣਾ ਹੈ ਕਿਸੇ ਨੇ? ਕਿੱਦਾਂ ਕੋਈ ਫੜ ਲਊਗਾ? ਹੁਣ ਦੇਖੋ ਪੁਲਿਸ ਸਾਡੇ ਲਾਗੇ ਘੁੰਮੀ ਜਾਵੇ, ਮੇਰੇ ਘਰ ਦੇ ਬਾਹਰ ਘੁੰਮੀ ਜਾਵੇ, ਮੈਨੂੰ ਕਦਾ ਡਰ ਹੈ? ਮੈਂ ਕਿਹੜੀ ਚੋਰੀ ਕੀਤੀ ਹੈ? ਤੇ ਜੇ ਮੈਂ ਚੋਰੀ ਕੀਤੀ ਤੇ ਡਰ, ਫਿਰ ਤੇ ਡਰਨ ਦਾ ਵਿਸ਼ਾ ਹੈ। ਫਿਰ ਤੇ ਗੁਆਂਢੀਆਂ ਘਰ ਵੀ ਪਊਗੀ ਤੇ ਮੈਂ ਇੱਥੇ ਡਰੀ ਜਾਣਾ। ਭਵ ਸਾਗਰ ਤੋਂ ਵੀ ਬੰਦਾ ਉਹੀ ਤਰਦਾ ਹੈ ਜਿਹਨੇ ਆਪਣੇ ਜੀਵਨ ਨੂੰ ਚੁੱਕ ਲਿਆ। ਤੇ ਇਹ ਕੋਈ ਬਹੁਤੀ ਵੱਡੀ ਕਹਾਣੀ ਥੋੜੀ ਹੈਗੀ ਆ। ਤੁਸੀਂ ਆਪਣਾ ਜੀਵਨ ਵੇਖ ਲਓ, ਤੁਸੀਂ ਕਿੱਧਰ ਜਾ ਰਹੇ ਹੋ, ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਡਾ ਜੀਵਨ ਕਿਹੜਾ ਭਵ ਸਾਗਰ ਤੋਂ ਪਾਰ ਜਾ ਰਹੇ ਜਾਂ ਡੁੱਬ ਰਹੇ। ਨੇਜਰ ਸਾਹਿਬ ਇਸ ਤੋਂ ਬਾਅਦ ਹੋਰ ਤੇ ਗੱਲ ਤੇ ਨਹੀਂ ਨਾ ਹੋਈ? ਨਾ ਬਿਲਕੁਲ ਨਹੀਂ। ਆਪਣੇ ਆਪ ਨੂੰ ਦੇਖ ਲਓ, ਜੇ ਤੁਹਾਡੀਆਂ ਇੰਦਰੀਆਂ ਕਿੱਦਾਂ ਕੰਮ ਕਰਦੀਆਂ ਨੇ, ਤੁਸੀਂ ਕਿੱਦਾਂ ਸੰਸਾਰ ਨੂੰ ਦੇਖਦੇ ਜੋ, ਤੁਸੀਂ ਇੱਕ ਜੋਗੀ ਵਾਂਗੂ ਦੇਖਦੇ ਜੋ ਜਾਂ ਇੱਕ ਭੋਗੀ ਵਾਂਗੂ ਦੇਖਦੇ? ਜੇ ਭੋਗੀ ਵਾਂਗੂ ਦੇਖ ਰਹੇ ਜੋ ਤੇ ਫਿਰ ਤੇ ਭਵ ਸਾਗਰ ਦੇ ਵਿੱਚ ਹੀ ਬੈਠੇ ਆ, ਤੇ ਜੇ ਆਪਾਂ ਜੋਗੀ ਦੇ ਵਾਂਗੂ ਦੇਖਦੇ ਆ ਤੇ ਫਿਰ ਪਤਾ ਹੀ ਆ ਸਾਨੂੰ। ਫਿਰ ਕਹਿੰਦੇ ਨਾ, ਕਬੀਰ ਜੀ ਕਹਿ ਜਾਂਦੇ ਆ, ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜੇ ਆਪਾਂ ਮਰ ਗਏ ਆ, ਜਿਉਂਦੇ ਜੀ ਮਰ ਗਏ ਆ, ਮਰਨ ਦਾ ਮਤਲਬ ਕਿ ਕਾਮ ਮਰ ਗਿਆ, ਕ੍ਰੋਧ ਮਰ ਗਿਆ, ਲੋਭ ਮਰ ਗਿਆ, ਮੋਹ ਮਰ ਗਿਆ, ਹੰਕਾਰ ਮਰ ਗਿਆ, ਰਾਗ ਤੇ ਦਵੈਸ਼ ਮਰ ਗਿਆ, ਤੇ ਮਰ ਹੀ ਗਏ ਆਪਾਂ। ਫਿਰ ਬਾਕੀ ਤੇ ਚੇਤਨਾ ਹੀ ਰਹਿ ਗਈ। ਬਿਲਕੁਲ ਸੱਚ ਚਿੱਤ ਆਨੰਦ। ਉਹ ਆਤਮਾ 'ਚ ਸਾਡਾ ਵਾਸਾ ਹੋ ਗਿਆ। ਆਤਮਾ ਤੇ ਵੈਸੇ ਵੀ ਨਿਰਦੋਸ਼ ਹੈਗੀ ਹੈ, ਉਹ ਕੋਈ ਦੋਸ਼ ਨੂੰ ਗ੍ਰਹਿਣ ਹੀ ਨਹੀਂ ਕਰਦੀ। ਤੇ ਅਸੀਂ ਵੀ ਉੱਥੇ ਪਹੁੰਚ ਗਏ ਹਾਂ ਜਿੱਥੇ ਜਾਣਾ ਉਹ ਬੰਦਾ ਪਹਿਲਾਂ ਹੀ ਪਹੁੰਚ ਜਾਂਦਾ ਹੈ। ਮਰਨ ਮੁਰਨ ਤੋਂ ਬਾਅਦ ਕੋਈ ਨਹੀਂ ਕਿਤੇ ਪਹੁੰਚਦਾ। ਜਿੰਨੇ ਜਾਣਾ ਉਹ ਜਿਉਂਦੇ ਜੀ ਜਾਣਾ। ਔਰ ਬ੍ਰਹਮ ਗਿਆਨੀਆਂ ਨੇ ਜਿੰਨੀ ਬਾਣੀ ਲਿਖੀ ਹੈ, ਜਿਉਂਦਿਆਂ ਲਿਖੀ ਹੈ, ਕੁਝ ਜੀਵਨ ਨੂੰ ਹੰਡਾਇਆ। ਔਰ ਤੁਸੀਂ ਵੀ ਉਸ ਵੱਲ ਜਾ ਰਹੇ ਜੋ। ਬਹੁਤ ਵਧਾਈਆਂ ਦੇ ਪਾਤਰ ਜੋ। ਮੈਂ ਤੇ ਹੈਰਾਨ ਹੁੰਦਾ
100 ਬੰਦਾ ਆ ਜਾਂਦਾ, ਬੜੀ ਵੱਡੀ ਗੱਲ। ਇਹ ਤੇ ਇਹ ਬ੍ਰਹਿਮੰਡ ਦੇ ਵਿੱਚ ਇੱਕ ਇਤਿਹਾਸ ਰਚਿਆ ਜਾਵੇਗਾ ਸੰਗਤ ਜੀ। ਮੈਂ ਤੁਹਾਨੂੰ ਦੱਸ ਰਿਹਾ, ਇਤਿਹਾਸ ਹੋ ਜਾਏਗਾ ਇੱਕ ਬਹੁਤ ਵੱਡੀ ਗੱਲ। 100 ਬੰਦਾ ਮੁਕਤ ਹੋਇਆ, ਬਹੁਤ ਵੱਡੀ ਗੱਲ। ਇਹ ਤੇ ਕੋਈ ਟਾਵਾਂ ਨਿਕਲਦਾ ਵਾ, 100 ਬੰਦਾ ਨਹੀਂ ਨਿਕਲਦਾ। ਤੁਸੀਂ 100 ਬੰਦੇ ਕੋਸ਼ਿਸ਼ ਕਰ ਰਹੇ ਹੋ, ਇਹ ਸਮਝ ਲਓ ਪ੍ਰਮਾਤਮਾ ਦੀ ਮਿਹਰ ਹੀ ਆ, ਉਹਦੀ ਰਹਿਮਤ ਤੋਂ ਬਿਨਾਂ ਨਹੀਂ ਜੋ ਹੋ ਰਿਹਾ। ਕੋਸ਼ਿਸ਼ ਕਰੋ ਪੂਰੀ, ਕਿਉਂਕਿ ਕੁਦਰਤ ਉਹਦੀ ਮਦਦ ਕਰਦੀ ਹੈ ਜਿਹੜਾ ਬੰਦਾ ਖੁਦ ਆਪਣੀ ਮਦਦ ਕਰਦਾ। ਹੁਣ ਮੈਂ ਤੋਂ ਰਸਾ ਲਮਕਾਇਆ ਹੋਵੇ, ਕਿਸੇ ਨੇ ਮੈਨੂੰ ਕਹਿੰਦੇ ਚਰਨਜੀਤ ਫੜ ਲਾ, ਹੁਣ ਚਰਨਜੀਤ ਕਹਿੰਦਾ ਮੈਂ ਕੱਛਾਂ ਚੋਂ ਬਾਹਾਂ ਨਹੀਂ ਕੱਢਣੀਆਂ। ਨਿਜਰ ਸਾਹਿਬ ਉਹ ਕਹਿੰਦਾ ਵੀ ਮੈਂ ਮੇਰੇ ਹੱਥ 'ਚ ਜਿਹੜੀ ਬਰਫੀ ਆ ਮੈਂ ਛੱਡਣੀ ਨਹੀਂ ਆ। ਆਹੋ, ਤੇ ਉਹ ਕਹਿੰਦੇ ਵੀ ਰੱਸਾ ਫੜ ਕੇ ਬਾਹਰ ਆ ਜਾ। ਉੱਥੇ ਪੌੜੀ ਵੀ ਦਿੱਤੀ। ਮੈਂ ਕਹੂੰਗਾ ਪੌੜੀ ਹੈਗੀ ਆ ਪਰ ਮੈਂ ਨਹੀਂ ਚੜ ਸਕਦਾ, ਮੇਰੀਆਂ ਲੱਤਾਂ 'ਚ ਜਾਨ ਹੀ ਨਹੀਂ ਹੈਗੀ। ਫਿਰ ਉਹ ਕਹਿੰਦੇ ਭਰਾਵਾ ਜੇ ਜਾਨ ਹੀ ਫਿਰ ਬੈਠਾ ਰਹੇ। ਬ੍ਰਹਮ ਗਿਆਨੀ ਜਿਹੜੇ ਹੈਗੇ ਨੇ ਸਾਨੂੰ ਕੇਵਲ ਪੌੜੀਆਂ, ਰੱਸੀਆਂ, ਬੜੇ ਸਾਧਨ ਦੇ ਕੇ ਗਏ ਨੇ ਕਿ ਸ਼ਾਇਦ ਕੋਈ ਬੰਦਾ ਫੜ ਕੇ ਤਾਂ ਆ ਜੇ, ਸੁਣ ਲੇ। ਪਰ ਆਪਾਂ ਸੁਣਦੇ ਥੋੜੀ, ਆਪਾਂ ਪੜ੍ਹ ਕੇ ਤੇ ਮੁੜ ਕੇ ਨੂੰ ਬੰਦ ਕਰਕੇ ਰੱਖ ਦਿੰਦੇ। ਅਸਲ ਦੇ ਵਿੱਚ ਤੇ ਪੌੜੀਆਂ ਨੇ, ਰੱਸੀਆਂ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ। ਉਹ ਤੇ ਕਹਿੰਦੇ ਆ ਕਬੀਰ ਜੀ ਤੇ ਆਪ ਤੇ ਨਿਕਲ ਗਏ, ਉਹ ਰੱਸੀਆਂ ਵੀ ਸਾਡੇ ਲਈ 2-4 ਲਮਕਾ ਗਿਆ। 2-4 ਕੀ ਆ, ਪਤਾ ਨਹੀਂ ਕਿੰਨੇ ਟਾਈਮ ਦੀ ਕਬੀਰ ਜੀ ਦੀ ਬਾਣੀ ਪੜ੍ਹ ਰਿਹਾ ਮੈਂ ਤੇ ਹੈਰਾਨ ਹੋ ਰਿਹਾ। ਬਹੁਤ ਬਾਣੀ ਉਚਾਰਨ ਕੀਤੀ ਉਹਨਾਂ। ਰੱਸੀ ਤੇ ਰੱਸੀ ਸੁੱਟੀ ਜਾਂਦੇ ਆ, ਸ਼ਾਇਦ ਚਰਨਜੀਤ ਕੋਈ ਫੜ ਲੇ ਰੱਸੀ। ਬਿਲਕੁਲ ਸਹੀ ਗੱਲ ਹੈ ਜੀ। ਪਰ ਚਰਨਜੀਤ ਕਹਿੰਦਾ ਨਹੀਂ, ਮੈਂ ਕੱਛਾਂ ਚੋਂ ਬਾਹਰ ਹੀ ਨਹੀਂ, ਹੱਥ ਨਹੀਂ ਬਾਹਰ ਕੱਢਣੇ। ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਬੈਠਾ, ਮੈਂ ਬੜੇ ਆਨੰਦ ਲੈਂਦੇ। ਮੈਂ ਬ੍ਰਹਮ ਗਿਆਨ ਨੂੰ ਕੀ ਕਰਨਾ। ਆ ਵੇਖੋ ਕਿੰਨੇ ਨਜ਼ਾਰੇ ਨੇ, ਕਿੰਨੇ ਭੋਗ ਹੈਗੇ ਨੇ, ਕਿੰਨੇ ਰਸ ਹੈਗੇ ਨੇ ਸੰਸਾਰ ਤੇ। ਪਰ ਉਹ ਕਹਿੰਦੇ ਮੇਰੇ ਕੋਲ ਤ੍ਰਿਸ਼ਨਾ ਹੈ, ਤੈਨੂੰ ਤ੍ਰਿਪਤ ਨਹੀਂ ਹੋਣਾ। ਪਰ ਮੈਂ ਸੁਣਦਾ ਥੋੜੀ ਆ। ਮੈਂ ਕਹਿੰਦਾ ਨਹੀਂ, ਹੋ ਕਿਉਂ ਨਹੀਂ ਹੋਣਾ? 35-40 ਸਾਲ ਤੇ ਮੇਰੇ ਲੰਘ ਗਿਆ, ਮੈਂ ਹੋਰ ਵੀ ਕੋਸ਼ਿਸ਼ ਕਰਾਂਗਾ। ਉਹ ਕਬੀਰ ਜੀ ਕਹਿੰਦੇ 40 ਸਾਲ 45-43 ਸਾਲ ਤੇਰੀ ਉਮਰ ਹੋ ਗਈ ਆ, ਜੇ ਹਜੇ ਨਹੀਂ ਗੱਲ ਬਣੀ ਤੇ ਗਾਂ ਕਿੱਥੋਂ ਬਣਨੀ ਹੈ? ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਹੈ। ਸਾਨੂੰ ਤੇ ਉਹ ਸਮਝਾ ਰਹੇ ਆ, ਰੱਸੀ ਫੜੋ ਤੇ ਜਿਹੜਾ ਫੜੂਗਾ ਉਹੀ ਬਾਹਰ ਆਊਗਾ। ਦੇਖੋ ਜਿਹਨੇ ਰੋਟੀ ਖਾਧੀ ਢਿੱਡੋਂ ਦਾ ਬਣਨਾ, ਗੱਲੀ ਜੋਗ ਨਹੀਂ ਹੁੰਦਾ ਜੀ। ਅੱਜ ਦੇ ਵਿਚਾਰ ਇੱਥੇ ਸਮਾਪਤ ਨੇ। ਜਸਰ ਹਾਂਜੀ, ਬਹੁਤ ਵਧੀਆ ਗੋਰਖ ਸਾਹਿਬ, ਬਿਲਕੁਲ। ਹਾਂ ਠੀਕ ਹੈ ਜੀ, ਬਹੁਤ ਵਧੀਆ। ਸ਼ੁਕਰ ਹੈ, ਅਸੀਂ ਤੁਹਾਡੇ ਧੰਨਵਾਦੀ ਹਾਂ। ਤੁਸੀਂ ਹਰ ਦਿਨ ਕਥਾ ਸੁਣਨ ਆਉਂਦੇ ਜੋ। ਪ੍ਰਮਾਤਮਾ ਤੁਹਾਡੀਆਂ ਸ਼ੁਭ ਇੱਛਾਵਾਂ ਪੂਰੀਆਂ ਕਰੇ। ਤੇ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਸਫ਼ਰ ਤੇ ਜਿਹੜਾ ਆਪਾਂ ਨਿਕਲੇ ਆ ਨਾ, ਕੁਛ ਬਣ ਕੇ ਜਾਈਏ ਸੰਸਾਰ ਤੋਂ, ਕੁਛ ਬਦਲ ਦਈਏ ਆਪਣੇ ਆਪ ਨੂੰ, ਕੁਝ ਚੰਗਾ ਇਨਸਾਨ ਬਣ ਜਾਈਏ। ਜਿਹੜੀ ਮੂਰਤੀ ਘੜਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ, ਉਹਨੂੰ ਘੜ ਕੇ ਜਾਈਏ। ਅਨਘੜੇ ਜਾਵਾਂਗੇ ਤਾਂ ਕੋਈ ਵੈਲਿਊ ਨਹੀਂ। ਜਦੋਂ ਉਸੇ ਪੱਥਰ ਦੇ ਵਿੱਚੋਂ ਮੂਰਤੀ ਘੜੀ ਜਾਂਦੀ ਹੈ ਨਾ, ਤੇ ਕੋਈ ਵੀ ਬੰਦਾ ਚੁੱਕ ਕੇ ਕਰ ਲੈ ਆਉਂਦਾ। ਨਿਜਰ ਸਾਹਿਬ ਬਿਲਕੁਲ ਪੱਥਰ ਨੂੰ ਨਹੀਂ ਚੁੱਕ ਕੇ ਲਿਆਉਂਦੇ ਲੋਕ। ਮੂਰਤੀ ਘੜੀ ਗਈ ਤੇ ਤੁਹਾਨੂੰ ਲੈ ਆਉਣਾ ਚੁੱਕ ਕੇ, ਕਹਿਣਾ ਕਿ ਹਾਂ ਮਿਹਨਤ ਕੀਤੀ ਹੈ। ਇਹ ਮਿਹਨਤ ਅਸੀਂ ਆਪ ਹੀ ਕਰਨੀ ਆ। ਤੁਸੀਂ ਮੂਰਤੀ, ਤੁਸੀਂ ਘੜਨ ਵਾਲੇ, ਤੁਸੀਂ ਥੌੜੀ ਚਲਾਉਣੀ ਹੈ, ਤੁਸੀਂ ਚੱਬਲ ਚਲਾਉਣੀ ਹੈ, ਸਾਰਾ ਕੁਝ ਤੁਸੀਂ ਕਰਨਾ ਹੈ, ਆਪਣੇ ਆਪ ਤੇ ਕਰਨਾ ਹੈ। ਜਿੰਨੀ ਸੋਹਣੀ ਤੁਸੀਂ ਮੂਰਤੀ ਘੜ ਕੇ ਪ੍ਰਮਾਤਮਾ ਦੇ ਦਰਬਾਰ 'ਚ ਹਾਜ਼ਰ ਹੋ ਜਾਓਗੇ ਤੇ ਉਨਾ ਹੀ ਪ੍ਰਮਾਤਮਾ ਖੁਸ਼ ਹੋਊਗਾ। ਬਾਣੀ 'ਚ ਕਿਹਾ ਨਾ, ਜਿਨੀ ਨਾਮ ਤੇ ਆਇਆ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ ਨਾਲ। ਉਹ ਜਿਹੜਾ ਮੁੱਖ ਉਜਲਾ ਕਰਕੇ ਜਾਂਦਾ ਹੈ ਹਨਾ, ਤੇ ਉਹਦੀ ਛੁੱਟੀ ਹੋ ਜਾਂਦੀ ਹੈ ਤੇ ਬਾਕੀ ਵਿਚਾਰੇ ਫਿਰ ਭੇਜੇ ਜਾਂਦੇ ਆ। ਆਪਾਂ ਇੱਕ ਜਸਟ ਸੋਚੀਏ, ਇੱਕ ਛੋਟੀ ਜਿਹੀ ਕਲਾਸ ਹੁੰਦੀ ਹੈ 10ਵੀਂ 12ਵੀਂ, ਮੇਰੇ ਵਰਗੇ 33 ਨੰਬਰ ਆਏ ਨੇ। ਮੈਂ 50 ਸਬਜੈਕਟਾਂ 'ਚ ਮੇਰੇ 33 ਨੰਬਰ ਹੈ, ਮਰ ਕੇ ਪਾਸ ਹੀ ਹੋਇਆ ਹਾਂ ਮੈਂ। ਜੇ ਨਾ ਪਾਸ ਹੁੰਦਾ ਤਾਂ ਮੈਨੂੰ ਫਿਰ ਕਹਿਣਾ ਚੱਲ ਪੁੱਤਰ ਵਾਪਸ ਜਾ ਤੇ ਸ਼ੁਰੂ ਤੋਂ ਫਿਰ ਪੜ੍ਹ। ਕਿਉਂਕਿ ਇਮਤਿਹਾਨ ਹੈ ਕਿ ਪੇਪਰ ਨਹੀਂ ਦਿਓਗੇ ਤੇ ਤੁਸੀਂ ਪਾਸ ਨਹੀਂ ਹੋਣਾ। ਜੇ ਪੇਪਰ ਦੀ ਤਿਆਰੀ ਕਰੋਗੇ, ਬੜੀ ਮਿਹਨਤ ਮੁੱਤ ਕਰੋਗੇ, ਪੇਪਰ ਤਾਂ ਵੀ ਚੰਗਾ ਹੋਣਾ। ਤੇ ਜੇ ਮੇਰੇ ਨੇ ਕਿਤਾਬ ਹੀ ਨਹੀਂ ਪੜ੍ਹੀ, ਉੱਥੇ ਐਗਜ਼ਾਮੀਨੇਸ਼ਨ ਹਾਲ 'ਚ ਮੈਂ ਬਹਿ ਜਾਵਾਂਗਾ ਜਾ ਕੇ, ਤੇ ਕੀ ਏਦਾਂ ਕਰਨ ਦੇ ਨਾਲ ਮਸਲਾ ਹੱਲ ਹੋਊ? ਨਿਜਰ ਸਾਹਿਬ ਨਾ, ਗੱਲ ਨਹੀਂ ਜੋ ਬਣ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਤੁਹਾਡਾ ਸਮਾਂ ਜ਼ਿਆਦਾ ਲੈ ਲਿਆ ਅੱਜ, 9 ਮਿੰਟ। ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ, ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਏਦਾਂ ਬੱਚੇ ਸੁਣ ਕੇ ਮਾਫ਼ ਕਰੋ। ਅਗਰ ਕੋਈ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ
ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਨਾਮਦਾਨ ਬਖਸ਼ੋ, ਸੁਖ ਸ਼ਾਂਤੀ ਬਖਸ਼ੋ, ਦਿਨ ਰੋਗਤਾ ਬਖਸ਼ੋ। ਮੇਰੇ ਮਾਲਿਕ, ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੁਣ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।